ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਗਿੱਲ ਇੱਥੋਂ ਸਟੂਡੀਓ ਤੋਂ ਤੇ ਮੇਰੇ ਨਾਲ ਡਾਕਟਰ ਸ਼ਾਰਦਾ ਹਰੀ ਸਾਡੀ ਟੀਮ ਦੇ ਮੁਖੀ ਮੇਰੇ ਨਾਲ ਨੇ ਅੱਜ ਤੇ ਅਸੀਂ ਮਿਲ ਕੇ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਤੁਹਾਡੇ ਨਾਲ। ਮੌਜੂਦਾ ਜਿਹੜੇ ਹਾਲਾਤ ਦੁਨੀਆ ਦੇ ਚੱਲ ਰਹੇ ਨੇ ਉਹਦੇ ਤੇ ਗੱਲਾਂ ਬਾਤਾਂ ਅਸੀਂ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜੇ ਤੁਹਾਡਾ ਸਵਾਗਤ ਕਰੀਏ। ਜੀ ਆਇਆਂ ਨੂੰ ਜੀ, ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਸਿਹਤ ਦੀ ਖਰਾਬੀ ਦੇ ਬਾਵਜੂਦ। ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਬਹੁਤ ਜਲਦੀ ਪੂਰਨ ਰੂਪ ਵਿੱਚ ਸਿਹਤ ਦਾ ਜਾਬ ਹੋ ਕੇ ਤੇ ਆਪਾਂ ਆਪਣੇ ਟੀਵੀ ਨੂੰ ਵੀ ਸੰਭਾਲੀਏ ਔਰ ਤੁਹਾਡਾ ਆਸ਼ੀਰਵਾਦ ਜਿਹੜਾ ਲਗਾਤਾਰ ਸਾਨੂੰ ਮਿਲਦਾ ਰਹੇ ਤਾਂ ਕਿ ਅਸੀਂ ਵਧੀਆ ਪ੍ਰੋਗਰਾਮ ਆਪਣੇ ਦਰਸ਼ਕਾਂ ਤੱਕ ਜਿਹੜੇ ਆ ਪਹੁੰਚਾ ਸਕੀਏ ਜੀ। ਤੁਹਾਡਾ ਬਹੁਤ ਸ਼ੁਕਰੀਆ। ਸਿਹਤ 110% ਠੀਕ ਹੈ, ਥੈਂਕ ਯੂ ਵੈਰੀ ਮਚ। ਹਾਂਜੀ, ਪਿਆਰ ਮੁਹੱਬਤ ਤੁਹਾਡਾ ਸਾਰਿਆਂ ਦਾ ਜਿਹੜਾ ਮੈਨੂੰ ਠੀਕ ਰੱਖਦਾ ਹੈ, ਨਥਿੰਗ ਟੂ ਵਰੀ। ਆਪਾਂ ਹੈਲਥ ਦੇ ਬਾਰੇ ਕੋਈ ਏਡੀ ਵੱਡੀ ਗੱਲ ਨਹੀਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਬਹੁਤ ਵਧੀਆ। ਆਵਾਜ਼ ਦੀ ਜਿਹੜੀ ਦਿੱਕਤ ਸੀਗੀ ਅੱਜ ਉਹ ਵੀ ਗੜਕ ਰਹੀ ਆ ਮੈਨੂੰ ਲੱਗਦਾ, ਤੇ ਆਵਾਜ਼ ਜਿਹੜੀ ਆ ਉਹ ਕਾਫੀ ਠੀਕ ਹੋ ਰਹੀ ਆ ਦਿਨ ਦਿਨ। ਤੇ ਕਿਉਂਕਿ ਆਪਣਾ ਜਿਹੜਾ ਇਹ ਕਾਰੋਬਾਰ ਆ ਆਵਾਜ਼ ਨਾਲ ਜਿਹੜਾ ਜੁੜਦੇ ਲੋਕ ਆਪਣੇ ਨਾਲ, ਆਪਣੇ ਦਰਸ਼ਕ ਤੇ ਚਿਹਰੇ ਤੇ ਸਾਡੇ ਵੇਖੇ ਹੁੰਦੇ ਆ। ਤੁਹਾਡਾ ਚਿਹਰਾ ਤੇ ਸ਼ਾਇਦ ਟੋਰਾਂਟੋ ਸਾਰਿਆਂ ਨੂੰ ਪਤਾ ਹੀ ਆ। ਬਹੁਤ ਲੰਬੇ ਸਮੇਂ ਤੋਂ ਤੁਸੀਂ ਇੱਥੇ ਲੋਕਾਂ ਦੀ ਸੇਵਾ ਵਿੱਚ ਹੋ, ਕਈ ਤਰੀਕਿਆਂ ਨਾਲ ਕਮਿਊਨਿਟੀ ਦੇ ਵਿੱਚ ਵਿਚਰਦੇ ਹੋ। ਸੋ ਜਿਹੜੀ ਆਵਾਜ਼ ਹੈ, ਆਵਾਜ਼ ਦਾ ਜਾਦੂ ਹੁੰਦਾ ਜੀ। ਹਰ ਇੱਕ ਦਾ ਆਪਣਾ ਸਟਾਈਲ, ਆਪਣਾ ਰੰਗ ਹੁੰਦਾ ਆਵਾਜ਼ ਦਾ। ਔਰ ਤੁਹਾਡਾ ਜਿੰਨਾ ਲੰਬਾ ਐਕਸਪੀਰੀਅੰਸ ਆ ਉਹਦੇ ਤੋਂ ਫਿਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ। ਡਾਕਟਰ ਸਾਹਿਬ ਨਹੀਂ, ਤੁਹਾਡਾ ਆਪਣਾ ਵੀ ਬਹੁਤ ਗਿਆਨ ਹੈ ਔਰ ਜਿਸ ਢੰਗ ਨਾਲ ਤੁਸੀਂ ਪਿਛਲੇ 30 ਕੁ ਸਾਲਾਂ ਤੋਂ ਲੱਗੇ ਹੋਏ ਹੋ ਲਗਾਤਾਰ, ਜਿਹੜਾ ਤੁਹਾਡਾ ਸ਼ੌਕ ਹੈ ਜੀ, ਉਹਦੇ ਵਿੱਚ ਅਗਰ ਮੈਂ ਗੱਲ ਕਹਾਂ ਕਿ ਕਈ ਕਿੱਲੇ ਜਿਹੜੇ ਨੇ ਉਹ ਵਿਕ ਗਏ ਹੋਣਗੇ, ਪਰ ਸ਼ੌਕ ਜਿਹੜਾ ਤੁਹਾਡਾ ਉਹਨੂੰ ਨਹੀਂ ਤੁਸੀਂ ਮਰਨ ਦਿੱਤਾ। ਨਹੀਂ ਡਾਕਟਰ ਸਾਹਿਬ, ਕਿੱਲਿਆਂ ਨੂੰ ਹੱਥ ਨਹੀਂ ਲਾਇਆ ਜੀ। ਉਹ ਮੇਰ ਤੁਹਾਡੀ ਸਾਰਿਆਂ ਭੈਣ ਭਰਾਵਾਂ ਦੀ, ਕਿੱਲਿਆਂ ਨੂੰ ਹੱਥ ਨਹੀਂ ਲੱਗਾ। ਨਾ ਬਾਪੂ ਲਾਇਆ ਸੀ, ਉਹਨੂੰ ਬੜਾ ਇੰਜੋਏ ਕੀਤਾ ਲਾਈਫ 'ਚ। ਚਲੋ ਇਹ ਟੀਵੀ ਤੇ ਕਰਨ ਵਾਲੀਆਂ ਗੱਲਾਂ ਨਹੀਂ, ਉਸ ਪਾਸੇ ਨੂੰ ਧਿਆਨ ਨਹੀਂ ਗਿਆ ਜੀ ਕਦੀ ਅਜੇ। ਨਹੀਂ, ਬਹੁਤ ਚੰਗੀ ਗੱਲ ਹੈ। ਔਰ ਅੱਜ ਅਸੀਂ ਖਾਸ ਕਰਕੇ ਆਪਣੇ ਭੈਣ ਜੀ ਸੁਖਬੀਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅੱਜ ਆਪਰੇਟਰ ਹੋ ਨੇ ਜੀ। ਹਾਂ, ਡਾਇਰੈਕਟਰ, ਆਪਰੇਟਰ ਨਹੀਂ ਕਹੀਦਾ, ਡਾਇਰੈਕਟਰ ਆਫ ਦੀ ਪ੍ਰੋਗਰਾਮ। ਡਾਇਰੈਕਟਰ, ਓਕੇ, ਠੀਕ ਹੈ ਜੀ। ਅੱਜ ਡਾਇਰੈਕਟਰ ਉਹੀ ਨੇ। ਹਾਂਜੀ, ਅੱਛਾ ਡਾਕਟਰ ਸਾਹਿਬ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਏ ਸਾਂਝੀਆਂ। ਸਭ ਤੋਂ ਪਹਿਲਾਂ ਤਾਂ ਇੰਟਰਨੈਸ਼ਨਲ ਖਬਰਾਂ ਫਿਰ ਜਾਂਦੇ ਹਾਂ। ਸਭ ਤੋਂ ਪਹਿਲਾਂ ਤੇ ਜਿਹੜਾ ਸਾਨੂੰ ਕੋਵਿਡ ਨੇ ਘੇਰ ਕੇ ਰੱਖਿਆ ਹੋਇਆ ਲੰਬੇ ਸਮੇਂ ਤੋਂ, ਕਦੀ ਕਿਸੇ ਕੰਟਰੀ ਦਾ ਨਾਂ ਲੱਗ ਜਾਂਦਾ, ਕਦੀ ਕਿਸੇ ਦਾ, ਕਦੀ ਚਾਈਨਾ ਦਾ, ਕਦੀ ਇੰਡੀਆ ਦਾ ਡੈਲਟਾ ਵੇਰੀਐਂਟ ਆ ਗਿਆ ਜੀ, ਕਦੀ ਕਿਸੇ ਦਾ ਆ ਗਿਆ, ਤੇ ਹੁਣ ਡੈਲਟਾ ਵੇਰੀਐਂਟ ਨੇ ਅਮਰੀਕਾ ਨੂੰ ਘੇਰਿਆ ਹੋਇਆ। ਮੈਂ ਆਫ ਦੀ ਏਅਰ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਕਿ 50 ਵਿੱਚੋਂ 45 ਪ੍ਰੋਵਿੰਸ ਉਹਨਾਂ ਦੇ ਜਿਹੜੇ ਆ ਉਹ ਅਫੈਕਟਡ ਨੇ। ਤੇ ਕਿਤੇ ਨਾ ਕਿਤੇ ਘਬਰਾਹਟ ਨਾਲ ਬੈਠਿਆਂ ਕੈਨੇਡਾ ਨਿਵਾਸੀਆਂ ਨੂੰ ਵੀ ਹੋ ਜਾਂਦੀ ਹੈ ਕਿ ਅਗਰ ਅਮਰੀਕਾ ਦੇ ਵਿੱਚ ਇੰਨੇ ਲੋਕਾਂ ਨੂੰ ਵੈਕਸੀਨੇਸ਼ਨ ਤੋਂ ਬਾਅਦ ਵੀ ਅਗਰ ਡੈਲਟਾ ਆ ਰਿਹਾ ਤੇ ਫਿਰ ਕੈਨੇਡਾ ਨੂੰ ਵੀ ਥੋੜਾ ਜਿਹੜਾ ਸਤਰਕ ਹੋਣ ਦੀ ਲੋੜ ਹੈ। ਡੈਫੀਨੇਟਲੀ ਸਾਨੂੰ ਸਾਰਿਆਂ ਨੂੰ ਸਤਰਕ ਹੋਣ ਦੀ ਜ਼ਰੂਰਤ ਹੈਗੀ ਹੈ। ਡੈਲਟਾ ਵੇਰੀਐਂਟ ਤੁਹਾਨੂੰ ਛੱਡਦਾ ਨਹੀਂ ਹੈਗਾ, ਭਾਵੇਂ ਤੁਹਾਡੇ 2 ਵੈਕਸੀਨ ਵੀ ਲੱਗੇ ਹੋਣ। ਇਹ ਅਲੱਗ ਗੱਲ ਆ ਕਿ ਉਹਦਾ ਜਿਹੜਾ ਇਫੈਕਟ ਹੈ ਉਹ ਇੰਨਾ ਬੁਰਾ ਨਹੀਂ ਹੁੰਦਾ ਜਿਸ ਬੰਦਿਆਂ ਨੇ ਵੈਕਸੀਨ ਨਹੀਂ ਲਗਵਾਈ ਹੋਈ। ਅਮਰੀਕਾ ਦੇ ਵਿੱਚ ਇਸ ਵਕਤ ਫਲੋਰੀਡਾ, ਟੈਕਸਾਸ ਔਰ ਹੋਰ ਸਟੇਟਾਂ ਦੇ ਵਿੱਚ, ਲੁਈਸਿਆਨਾ, ਇਹਨਾਂ ਸਟੇਟਾਂ ਦੇ ਵਿੱਚ ਬਕਾਇਦਾ ਹਸਪੀਟਲ ਜਿਹੜੇ ਨੇ ਫੁੱਲ ਕਪੈਸਿਟੀ 'ਤੇ ਪਹੁੰਚ ਚੁੱਕੇ ਹੋਏ ਨੇ। ਔਰ ਡੈਲਟਾ ਵੇਰੀਐਂਟ ਜਿਹੜੀ ਚੀਜ਼ ਅਮਰੀਕਾ 'ਚ ਆਈ ਹੈ ਜੀ, ਉਹ ਡੈਫੀਨੇਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਵੀ ਆ ਸਕਦੀ ਹੈ, ਕਿਉਂਕਿ 6 ਅਗਸਤ ਤੋਂ ਅਮਰੀਕਨਜ਼ ਨੂੰ ਅਲਾਓ ਕੀਤਾ ਜਾਏਗਾ ਕੈਨੇਡਾ ਦੇ ਵਿੱਚ ਆਉਣ ਦਾ ਜੀ। ਹਾਲਾਂਕਿ ਅਮਰੀਕਨਜ਼ ਨੇ ਕੈਨੇਡਾ ਨੂੰ ਅਲਾਓ ਨਹੀਂ ਕੀਤਾ, ਲੇਕਿਨ ਜਸਟਿਨ ਟਰੂਡੋ ਨੇ 6 ਅਗਸਤ ਤੋਂ ਅਮਰੀਕਨਜ਼ ਨੂੰ ਜਿਹੜਾ ਹੈ ਉਹ ਕਹਿ ਦਿੱਤਾ ਕਿ ਤੁਸੀਂ ਕੈਨੇਡਾ ਆ ਸਕਦੇ ਹੋ ਵਿਦ ਦਾ ਪ੍ਰੂਫ ਦੈਟ ਯੂ ਹੈਵ ਫੁੱਲੀ ਵੈਕਸੀਨੇਟਿਡ। ਸੋ ਇੱਕ ਤਾਂ ਗੱਲ ਇਹ ਹੈ। ਦੂਜਾ ਇਹ ਹੈ ਕਿ ਜਿਹੜੇ ਵੇਰੀਐਂਟ ਹੁੰਦੇ ਨੇ ਨਾ, it is 50% more dangerous than COVID-19. So that's a very dangerous thing. ਤੀਜਾ, 12% ਅਮਰੀਕਾ ਦੇ ਵਿੱਚ ਜਿਹੜੀਆਂ ਡੈਥਸ ਹੁਣ ਹੋ ਰਹੀਆਂ ਨੇ ਉਹ ਉਹਨਾਂ ਦੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਦੋਨੋਂ ਵੈਕਸੀਨ ਲੱਗੀਆਂ ਹੋਈਆਂ ਨੇ। ਸੋ ਉਹ ਕੋਈ ਇੰਨਾ 100% ਬਚਾਵ ਨਹੀਂ ਹੈਗਾ, ਲੇਕਿਨ ਕਾਫੀ ਬਚਾਵ ਹੈਗਾ, ਤੁਸੀਂ ਕਹਿ ਸਕਦੇ ਹੋ। ਸੋ ਇਸ ਕਰਕੇ ਵੀ ਸ਼ੁੱਡ ਬੀ ਵੈਰੀ ਕੇਅਰਫੁਲ। ਹਾਂ ਡਾਕਟਰ ਸਾਹਿਬ, ਇਹ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਟਰੂਡੋ ਸਾਹਿਬ ਨੇ ਥੋੜੀ ਕਾਹਲੀ ਕੀਤੀ ਆ, ਜਾਂ ਉਹ ਅਮਰੀਕਾ ਨੂੰ ਖੁਸ਼ ਰੱਖਣ ਦੇ ਚੱਕਰ 'ਚ ਨੇ ਕਿ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਪਹਿਲਾਂ ਤਾਂ ਉਹਨਾਂ ਦਾ ਪ੍ਰੈਸ਼ਰ ਤੇ ਬਾਰਡਰ ਖੋਲ੍ਹਣ ਤੇ ਹੈਗਾ ਸੀ ਕੈਨੇਡਾ ਵੱਲੋਂ ਕਿ ਜੋ ਰੋਡ ਖੋਲ੍ਹੀ ਜਾਵੇ, ਪਰ ਜੇ ਉਹ ਆਪ ਅਜੇ ਇੰਨਾ ਧਿਆਨ ਰੱਖ ਰਿਹਾ ਤੇ ਫਿਰ
ਟਰੂਡੋ ਸਾਹਿਬ ਨੂੰ ਥੋੜੀ ਦੇਰ ਹੋਰ ਇੰਤਜ਼ਾਰ ਕਰ ਲੈਣੀ ਚਾਹੀਦੀ ਸੀ ਮੇਰੇ ਖਿਆਲ 'ਚ। ਟਰੂਡੋ ਸਾਹਿਬ ਨੇ ਕੱਲ ਗੱਲਬਾਤ ਕੀਤੀ ਬਾਈਡਨ ਦੇ ਨਾਲ। ਉਹਦੇ ਵਿੱਚ ਆਫ ਕੋਰਸ ਉਹਨਾਂ ਨੇ ਇੱਕ ਜਿਹੜੀ ਹੈ ਸੂਈ ਵਿੱਚੋਂ ਵੀ ਬਾਈਡਨ ਸਾਹਿਬ ਨੂੰ ਕਿ ਸਾਡੀ ਕੈਨੇਡੀਅਨ ਲੜਕੀਆਂ ਨੇ ਤੁਹਾਡੀ ਟੀਮ ਨੂੰ ਹਰਾ ਦਿੱਤਾ, ਲੇਕਿਨ ਐਟ ਦੀ ਸੇਮ ਟਾਈਮ ਉਹਨਾਂ ਨੇ ਬਾਰਡਰ ਦੀ ਵੀ ਗੱਲ ਕੀਤੀ ਔਰ ਉਹਨਾਂ ਨੇ ਅਮਰੀਕਾ ਦੇ ਵਿੱਚ 1 ਟ੍ਰਿਲੀਅਨ ਜਿਹੜਾ ਇਨਫਰਾਸਟ੍ਰਕਚਰ ਦਾ ਬਜਟ ਹੈ ਉਹ ਹੁਣ ਪਾਸ ਹੋ ਜਾਣਾ, ਕਿਉਂਕਿ ਉਹਦੇ 'ਚ ਕਾਫੀ ਜਿਹੜੇ ਇਹ ਮਿਲ ਕੇ ਬਣਾਇਆ ਗਿਆ ਇਹ ਬਜਟ। ਪਹਿਲਾਂ ਇਹ ਸੀਗਾ 3.7 ਟ੍ਰਿਲੀਅਨ ਦਾ, ਉਹਨੂੰ ਘਟਾ ਕੇ ਜੀ ਰਿਪਬਲਿਕਨਸ ਨੇ ਔਰ ਡੈਮੋਕ੍ਰੇਟਸ ਨੇ ਇਹਨੂੰ 1 ਟ੍ਰਿਲੀਅਨ ਦਾ ਕੀਤਾ। ਉਹ ਜਿਹੜਾ 1 ਟ੍ਰਿਲੀਅਨ ਹੈ ਉਹਦੇ ਵਿੱਚ ਜਿੰਨਾ ਵੀ ਪੈਸਾ ਖਰਚ ਹੋਣਾ ਹੈ ਇਨਫਰਾਸਟ੍ਰਕਚਰ ਦੇ ਉੱਪਰ, ਬ੍ਰਿਜਿਸ ਦੇ ਉੱਪਰ, ਸਕੂਲਾਂ ਦੇ ਉੱਪਰ, ਰੋਡਸ ਦੇ ਉੱਪਰ, ਉਹ ਸਾਰੇ ਦਾ ਸਾਰਾ ਅਮਰੀਕਨ ਠੇਕੇਦਾਰਾਂ ਨੂੰ ਮਿਲਣਾ ਹੈ। ਅਮਰੀਕਨ ਠੇਕੇਦਾਰਾਂ ਨੂੰ ਉਹਨਾਂ ਨੂੰ ਇੱਕ ਬੜੀ ਵੱਡੀ ਉਹਨਾਂ ਦੇ ਉੱਪਰ ਰਿਸਟ੍ਰਿਕਸ਼ਨ ਹੈ ਕਿ ਯੂ ਹੈਵ ਟੂ ਬਾਏ 100% ਅਮਰੀਕਨ ਸਟੱਫ। ਉਹ ਬੜਾ ਫਿਕਰ ਲੱਗਿਆ ਦਾ, ਕਿਉਂਕਿ 1 ਟ੍ਰਿਲੀਅਨ ਦੇ ਵਿੱਚੋਂ ਕਮ ਸੇ ਕਮ 10, 15, 20 ਬਿਲੀਅਨ ਦੇ ਜਿਹੜੇ ਠੇਕੇ ਨੇ ਉਹ ਕੈਨੇਡੀਅਨਸ ਵੀ ਲੈਂਦੇ ਹੁੰਦੇ ਸੀ ਅੱਗੇ, ਲੇਕਿਨ ਹੁਣ ਉਹਨਾਂ ਨੂੰ ਔਰ ਕੈਨੇਡੀਅਨ ਦਾ ਮਾਲ ਵੀ ਲੱਗਦਾ ਸੀਗਾ ਉੱਥੇ। ਹੁਣ ਉਹ ਜਿਹੜਾ ਕਹਿ ਦਿੱਤਾ ਬਾਈਡਨ ਨੇ ਕਿ ਸਿਰਫ ਅਮਰੀਕਨ ਗੁੱਡਸ ਐਂਡ ਅਮਰੀਕਨ ਪੀਪਲ ਜਿਹੜੇ ਨੇ ਉਹੀ ਇੱਥੇ ਕੰਮ ਕਰਨਗੇ। ਸੋ ਦੈਟ ਇਜ਼ ਅ ਵੈਰੀ ਬਿਗ ਸੈਟਬੈਕ ਟੂ ਕੈਨੇਡਾ। ਉਹਨਾਂ ਨੇ ਕੱਲ੍ਹ ਗੱਲਬਾਤ ਕੀਤੀ। ਦੂਜਾ ਉਹਨਾਂ ਨੇ ਗੱਲਬਾਤ ਕੀਤੀ ਕਿ ਸਾਡੇ 2 ਜਿਹੜੇ ਚਾਈਨਾ ਨੇ ਦਸੰਬਰ 2018 ਤੋਂ ਬੰਦੇ ਪਕੜ ਕੇ ਰੱਖੇ ਹੋਏ ਨੇ, ਉਹਨਾਂ ਨੂੰ ਵੀ ਛੁਡਵਾਉਣ ਦੀ ਤੁਸੀਂ ਮਦਦ ਕਰੋ। ਆਈ ਡੋਂਟ ਅੰਡਰਸਟੈਂਡ ਕਿ ਉਹ ਭਾਵੇਂ ਤੁਸੀਂ ਚਾਈਨਾ ਦੇ ਉੱਪਰ ਬਾਈਡਨ ਨੂੰ ਕਹਿ ਦਿਓ, ਕਿਸੇ ਨੂੰ ਕਹਿ ਦਿਓ, ਦੇ ਡੋਂਟ ਕੇਅਰ। ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ, ਕਿਉਂਕਿ ਅਸੀਂ ਵੀ ਉਹਨਾਂ ਦੀ ਇੱਕ ਲੇਡੀ ਨੂੰ ਜਿਹੜੀ ਕਿ ਹਵਾਈ ਦੀ CFO ਹੈ, ਅਸੀਂ ਉਹਨੂੰ ਵੀ ਇੱਥੇ ਗ੍ਰਿਫਤਾਰ ਕੀਤਾ ਹੋਇਆ। ਸੋ ਇਸ ਕਰਕੇ ਇਹ ਰੈਸੀਪ੍ਰੋਕਲ ਹੈ। ਜਦੋਂ ਉਹ ਛੁੱਟੇਗੀ ਉਦੋਂ ਉਹ ਛੁੱਟਣਗੇ, ਜੇ ਉਹ ਨਹੀਂ ਛੁੱਟੇਗੀ ਤਾਂ ਉਹ ਵੀ ਨਹੀਂ ਛੁੱਟਣਗੇ। ਸੋ ਲੇਕਿਨ ਇਹ ਵੀ ਗੱਲਾਂ ਬਾਤਾਂ ਕਰਨ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ। ਨਾਲੇ ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਨੂੰ ਤੁਸੀਂ ਹੁਣ ਆਉਣ ਦਿਓ ਉਸ ਪਾਰ। ਉੱਤੇ ਬਾਈਡਨ ਸਾਹਿਬ ਨੇ ਕੋਈ ਕਮਿਟਮੈਂਟ ਤਾਂ ਨਹੀਂ ਦਿੱਤੀ, ਨਾ ਉਹਨਾਂ ਨੇ ਕਮਿਟਮੈਂਟ ਇਹ ਦਿੱਤੀ ਕਿ ਬਾਏ ਅਮਰੀਕਾ ਦਾ ਜਿਹੜਾ ਅਸੀਂ ਨਾਰਾ ਲਗਾਇਆ ਦਾ ਉਹਦੇ ਵਿੱਚ ਕੋਈ ਚੇਂਜ ਕਰਾਂਗੇ ਜਾਂ ਨਹੀਂ ਕਰਾਂਗੇ। ਡਾਕਟਰ ਸਾਹਿਬ, ਇਹ ਤੇ ਬੜੀ ਦੇਰ ਤੋਂ ਜਿਹੜਾ ਅਮਰੀਕਨ ਗੁੱਡਸ ਦੇ ਉੱਤੇ ਜਿਹੜੀ ਗੱਲ, ਇਹ ਤਾਂ ਮੇਰੇ ਖਿਆਲ ਬਰਾਕ ਓਬਾਮਾ ਦੇ ਟਾਈਮ ਤੋਂ ਹੀ ਸ਼ੁਰੂ ਹੋਈ ਸੀ। ਫਿਰ ਬਰਾਕ ਓਬਾਮਾ ਨੇ ਥੋੜਾ ਜਿਹਾ ਨੂੰ ਖੋਲਿਆ। ਉਦੋਂ ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਜਿਹੜਾ ਆਊਟਸੋਰਸਿਸ ਆ ਉਹਦੇ ਤੇ ਵੀ ਸ਼ਾਇਦ ਅਮਰੀਕਾ ਚਾਹ ਰਿਹਾ ਕਿ ਪਾਬੰਦੀ ਲਾ ਦਿੱਤੀ ਜਾਵੇ, ਜਿਸ ਤਰ੍ਹਾਂ ਉਹਦਾ ਬਹੁਤ ਸਾਰਾ ਇਫੈਕਟ ਜਿਹੜੇ ਅੰਡਰ ਡਿਵੈਲਪ ਕੰਟਰੀ ਨੇ ਜਿੱਦਾਂ ਭਾਰਤ, ਪਾਕਿਸਤਾਨ ਵਗੈਰਾ, ਉੱਥੋਂ ਵੀ ਹੁੰਦਾ ਕੰਮ। ਇਹਦਾ IT ਸੈਕਟਰ ਦਾ ਕੰਮ ਹੁੰਦਾ ਆ। ਬਹੁਤ ਸਾਰੇ ਕੰਪਨੀਆਂ ਵੱਡੀਆਂ ਦੇ ਜਿਹੜੇ ਆ ਉਹ ਉੱਥੇ ਕਸਟਮਰ ਕੇਅਰ ਸੈਂਟਰ ਬਣੇ ਆ ਜਾਂ ਕਾਲ ਸੈਂਟਰ ਬਣੇ ਹੋਏ ਆ। ਉਦੋਂ ਬਹੁਤ ਰੌਲਾ ਸੀ ਕਿ ਸ਼ਾਇਦ ਜਿਹੜਾ ਉਹ ਇਫੈਕਟ ਸਾਰੀ ਦੁਨੀਆ ਤੇ ਹੁੰਦਾ ਜਦੋਂ ਅਮਰੀਕਾ ਇਹ ਗੱਲ ਕਰਦਾ, ਪਰ ਫੌਰੀ ਤੌਰ ਤੇ ਜਿਹੜਾ ਅਸਰ ਆ ਉਹ ਕੈਨੇਡੀਅਨ ਗੁੱਡਸ ਦੇ ਉੱਤੇ ਤੇ ਹੋਣਾ ਹੀ ਆ, ਕਿਉਂਕਿ ਸਾਡਾ ਸਾਰਾ ਕਾਰੋਬਾਰ ਉਹਨਾਂ ਨਾਲ ਹੈ। ਸੋ ਇਹ ਚੀਜ਼ਾਂ ਧਿਆਨ 'ਚ ਰੱਖਦੇ ਹੋਏ ਕਈ ਵਾਰ ਹੈਰਾਨਗੀ ਹੁੰਦੀ ਆ ਕਿ ਇੰਨਾ ਅਸੀਂ ਕਹਿ ਦਿੰਦੇ ਆ ਕਿ ਕੈਨੇਡਾ ਬੜਾ ਅਮੀਰ ਮੁਲਕ ਆ, ਬਹੁਤ ਫੈਸਿਲਿਟੀਜ਼ ਨੇ ਇੱਥੇ, ਬਹੁਤ ਵਧੀਆ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਮੈਨੂਫੈਕਚਰਿੰਗ ਵੱਲ ਤੇ ਨਾਲ ਦੀ ਨਾਲ ਜਿਹੜੀ ਡਿਪੈਂਡੈਂਸੀ ਹੈ ਅਮਰੀਕਾ ਤੋਂ, ਉਹਨੂੰ ਬੈਲੈਂਸ ਰੱਖਣ ਲਈ ਕੋਈ ਨਾ ਕੋਈ ਯਤਨ ਜਿਹੜੇ ਆ ਉਹ ਜ਼ਰੂਰ ਕਰਨੇ ਚਾਹੀਦੇ ਆ। ਨਹੀਂ ਹੋ ਸਕਦੇ, ਕਿਉਂਕਿ ਜਿਹੜਾ ਕੈਨੇਡਾ ਉਹ ਬਹੁਤ ਦੂਰ ਹੈ ਦੁਨੀਆ ਦੇ ਦੂਸਰੇ ਮੁਲਕਾਂ ਤੋਂ, ਔਰ ਅਮਰੀਕਾ ਦੇ ਨਾਲ ਇੰਨਾ ਜ਼ਿਆਦਾ ਇੰਟੈਗਰੇਟਿਡ ਹੈ ਕਿ ਤੁਸੀਂ ਇਹ ਕਹੋ ਕਿ ਕਿਹਨੂੰ ਇਹ ਕਿਹਦੇ ਨਾਲ ਵਪਾਰ ਕਰ ਸਕਦੇ ਨੇ। ਹਾਂਜੀ, ਇਹ ਵਪਾਰ ਕਰ ਸਕਦੇ ਨੇ ਜਾਂ ਤਾਂ ਵੈਨਕੂਵਰ ਸਾਈਡ ਵੱਲੋਂ, ਹਾਂਜੀ, ਏਸ਼ੀਆ ਦੇ ਵਿੱਚ ਚਾਈਨਾ, ਹਾਂਗਕਾਂਗ, ਕੋਰੀਆ, ਜਾਪਾਨ, ਆਸਟ੍ਰੇਲੀਆ ਦੇ ਨਾਲ, ਅੱਛਾ, ਜਾਂ ਇਸ ਪਾਸਿਓਂ ਵਪਾਰ ਕਰ ਸਕਦੇ ਨੇ ਯੂਰਪ ਦੇ ਨਾਲ। ਯੂਰਪ ਦੀ ਆਪਣੀ ਜਿਹੜੀ ਹਾਲਤ ਹੈ ਉਹ ਬਹੁਤ ਖਰਾਬ ਹੋਈ ਹੈ ਜੀ ਬਿਜ਼ਨਸ ਦੇ ਵਿੱਚ, ਲੇਕਿਨ ਯੂਰਪ ਦੇ ਵਿੱਚ ਵੀ ਨੈਸ਼ਨਲਿਜ਼ਮ ਜਿਹੜਾ ਉਹ ਬਹੁਤ ਉੱਠ ਰਿਹਾ। ਉਹ ਨਹੀਂ ਚਾਹੁੰਦੇ ਕਿ ਸਾਡੀਆਂ ਇੱਥੇ ਜਿਹੜੀਆਂ ਚੀਜ਼ਾਂ ਨੇ ਅਸੀਂ ਬਾਹਰੋਂ ਮੰਗਾ ਕੇ ਤਿਆਰ ਕਰੀਏ। ਉਹ ਵੀ ਇਹ ਚਾਹੁੰਦੇ ਨੇ ਕਿ ਸਾਡੇ ਹੀ ਇੱਥੇ ਸਾਰਾ ਸਮਾਨ ਤਿਆਰ ਹੋਵੇ। ਇਹ ਇੱਕ ਨੈਸ਼ਨਲਿਜ਼ਮ ਜਿਹੜਾ ਨਾ, ਇਹ ਪਿਛਲੇ ਟਰੰਪ ਦੇ ਟਾਈਮ ਤੋਂ ਸ਼ੁਰੂ ਹੋਇਆ, ਔਰ ਟਰੰਪ ਨੇ ਕਿਹਾ ਕਿ ਨਹੀਂ, ਸਿਰਫ ਅਮਰੀਕਾ ਦੇ ਵਿੱਚ ਅਮਰੀਕਨ ਚੀਜ਼ਾਂ ਦਾ ਹੀ ਇਸਤੇਮਾਲ ਕਰੋ। ਇਹ ਬੇਸਿਕਲੀ ਜਦੋਂ ਆਪਣੀ ਇੰਡਸਟਰੀ ਜਿਹੜੀ ਹੈ ਉਹ ਥੱਲੇ ਜਾਣੀ ਸ਼ੁਰੂ ਹੋ ਜਾਂਦੀ ਹੈ ਔਰ ਲੋਕਾਂ ਦੇ ਜੌਬ ਜਾਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਇਹ ਫਿਰ ਇਹੋ ਜਿਹੀਆਂ ਪੋਲਿਸੀਜ਼ ਜਿਹੜੀਆਂ ਨੇ ਉਹ ਕ੍ਰੀਏਟ ਹੁੰਦੀਆਂ ਨੇ। ਜਿੱਥੋਂ ਤੱਕ ਕੈਨੇਡਾ ਦਾ ਤਾਲੁਕ ਹੈ, ਕੈਨੇਡਾ ਆਉਣ ਵਾਲੇ 100 ਸਾਲ ਦੇ ਖੈਰ ਨਹੀਂ ਅਮਰੀਕਾ ਦੇ ਚੁੰਗਲ 'ਚੋਂ ਬਾਹਰ ਨਿਕਲ ਸਕਦਾ। ਇੰਨਾ ਕੋਈ ਨਿਕਲ ਸਕਦਾ ਕਿ ਜਿਹੜਾ 80% ਸਾਡਾ ਵਪਾਰ ਹੈ
वो 70% तक पहुँच जाए। हाँ जी, दैट्स ऑल। लेकिन क्योंकि साडी जिहड़ी बहुत ज़्यादा डिपेंडेंस हैगी है अबाउट एवरीथिंग। ਤੁਸੀਂ ਦੇਖੋ ਨਾ ਕਿ ਹਰ ਹੁਣ ਅਗਰ ਤੁਸੀਂ ਵੈਜੀਟੇਬਲ ਜਿਹੜੀਆਂ ਨੇ ਉਹ ਤੁਸੀਂ ਯੂਰਪ ਤੋਂ ਮੰਗਾ ਕੇ ਤਾਂ ਨਹੀਂ ਨਾ ਇੱਥੇ ਰੱਖ ਸਕਦੇ, ਕਿੰਨੀਆਂ ਮਹਿੰਗੀਆਂ ਪੈਣਗੀਆਂ। ਸੋ ਵੈਜੀਟੇਬਲਸ, ਫਰੂਟਸ, ਖਾਣ ਪੀਣ ਦਾ ਸਾਰਾ ਸਮਾਨ ਅਮਰੀਕਾ ਤੋਂ ਆਉਂਦਾ, ਜਾਂ ਮੈਕਸੀਕੋ ਤੋਂ ਆਉਂਦਾ, ਜਾਂ ਸਾਊਥ ਅਮਰੀਕਾ ਤੋਂ ਵਾਇਆ ਮੈਕਸੀਕੋ ਆਉਂਦਾ। ਸੋ ਉਹ ਜਿਹੜਾ ਸਟਰਕਚਰ ਹੈਗਾ ਨਾ, ਉਸ ਨੂੰ ਤੋੜਨਾ ਬੜਾ ਮੁਸ਼ਕਿਲ ਹੈ, ਕਿਉਂਕਿ ਵੀ ਆਰ ਫਾਰ ਅਵੇ ਫਰੋਮ ਦਾ ਵਰਲਡ। ਸਾਡਾ ਜਿਹੜਾ ਕੰਟਰੀ ਹੈ ਉਹ ਫਾਰ ਅਵੇ ਹੈ ਫਰੋਮ ਦਾ ਵਰਲਡ। ਅੱਛਾ, ਫਿਰ ਜਿਹੜਾ ਇੱਥੇ ਥੋੜ੍ਹੀਆਂ ਬਹੁਤੀਆਂ ਇੰਡਸਟਰੀਆਂ ਸੀ, ਫੋਰ ਐਗਜ਼ਾਮਪਲ ਬੰਬਾਰਡੀਅਰ ਵਰਗੀ ਇੰਡਸਟਰੀ, ਉਹ ਸੀਗੇ ਐਰੋਪਲੇਨ ਬਣਾਉਂਦੇ, ਉਹਨੂੰ ਸਾਰੀ ਦੁਨੀਆ ਨੂੰ ਵੇਚ ਸਕਦੇ ਸੀ। ਉਹ ਕੰਗਾਲ ਹੋ ਗਈ, ਉਹਨਾਂ ਨੇ ਬੰਬਾਰਡੀਅਰ ਦਾ ਸੈਕਟਰ ਹੀ ਵੇਚ ਦਿੱਤਾ। ਸੋ ਇਹ ਇੱਥੇ ਦੇ ਜਿਹੜੇ ਮੈਨੇਜਮੈਂਟ ਹੈਗੀ ਹੈ, ਬਹੁਤ ਵੱਡੀਆਂ ਵੱਡੀਆਂ ਕੰਪਨੀਆਂ, ਮੈਂ ਤੁਹਾਨੂੰ ਕਿਸੇ ਨੇ ਸੁਣਾਵਾਂ, ਬਿਲੀਅਨ ਐਂਡ ਬਿਲੀਅਨ ਆਫ ਡਾਲਰ ਦੀਆਂ ਕੰਪਨੀਆਂ ਜਿਹੜੀਆਂ ਨੇ ਮਿਸਮੈਨੇਜਮੈਂਟ ਦੀ ਵਜ੍ਹਾ ਕਰਕੇ ਕੈਨੇਡਾ ਦੇ ਵਿੱਚ ਖਤਮ ਹੋ ਗਈਆਂ। ਫਾਰ ਐਗਜ਼ਾਮਪਲ ਬਲੈਕਬੈਰੀ ਕਰ ਲਓ। ਬਲੈਕਬੈਰੀ ਦੀ ਜਿਹੜੀ ਰਿਸਰਚ ਸੀਗੀ, ਜਾਂ ਬਲੈਕਬੈਰੀ ਦਾ ਜਿਹੜਾ ਪਰਟੀਕੂਲਰ ਇੱਕ ਇੰਪੈਕਟ ਸੀਗਾ ਵਰਲਡ ਦੇ ਵਿੱਚ, ਦੈਟ ਵਾਜ਼ ਨੰਬਰ 1। ਲੇਕਿਨ ਬਲੈਕਬੈਰੀ ਦਾ ਜਿਹੜਾ ਮਾਲਕ ਸੀਗਾ ਉਹ ਪੈਸਾ ਕੱਢ ਕੇ ਖਾ ਗਿਆ, ਔਰ ਉਹਨੇ R&D ਦੇ ਉੱਪਰ ਪੈਸਾ ਨਹੀਂ ਖਰਚ ਕੀਤਾ, ਜਿਸ ਕਰਕੇ ਐਪਲ, ਸੈਮਸੰਗ ਔਰ ਹੋਰ ਜਿਹੜੇ ਟੈਲੀਫੋਨ ਨੇ ਅੱਗੇ ਵੱਧ ਗਏ। ਸੋ ਕੈਨੇਡਾ ਦੇ ਵਿੱਚ ਬੜੀ ਵੱਡੀ ਘਾਟ ਹੈ ਮੈਨੇਜਮੈਂਟ ਦੀ। ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ, ਲੋਕਾਂ ਦੀਆਂ ਪੈਨਸ਼ਨਾਂ ਖਤਮ ਹੋ ਗਈਆਂ, ਪੈਸੇ ਬਰਬਾਦ ਹੋ ਗਏ। ਲੇਕਿਨ ਇਹ ਤਾਂ ਰੀਸੈਂਟ ਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੈ ਬੰਬਾਰਡੀਅਰ ਦੀ। ਬਿਲਕੁਲ ਡਾਕਟਰ ਸਾਹਿਬ, ਜਿੱਥੋਂ ਤੱਕ ਬਲੈਕਬੈਰੀ ਦਾ ਸੰਬੰਧ ਹੈ, ਉਹ ਤਾਂ ਚਲੋ ਕੈਨੇਡੀਅਨ ਕੰਪਨੀ ਸੀ ਤੇ ਉਹਦਾ ਮਾਣ ਵੀ ਬੜਾ ਕੀਤਾ ਜਾਂਦਾ ਸੀਗਾ। ਬਾਅਦ 'ਚ ਤੇ ਉਹਨੂੰ ਕੋਈ ਗਾਹਕ ਵੀ ਨਹੀਂ ਸੀ ਲੱਭ ਰਿਹਾ ਜਦੋਂ ਵੇਚਣ ਨੂੰ ਲਾਈ ਸੀਗੀ। ਉਦੋਂ ਕਦੀ ਕਹਿੰਦੇ ਸੀ ਜੀ ਕੋਈ ਚਾਈਨਾ ਦਾ ਕੋਈ ਆ ਰਿਹਾ, ਕੋਈ ਇੱਥੋਂ ਤੱਕ ਵੀ ਕਿ ਇੰਡੀਆ ਵਾਲੇ ਕੋਈ ਖਰੀਦ ਰਹੇ, ਬੜਾ ਕੁਝ ਹੋਇਆ। ਪਰ ਹੈਰਾਨੀ ਦੀ ਗੱਲ ਤੇ ਇਹ ਹੈ ਨਾ, ਜਿੰਨੇ ਇਨਫਰਾਸਟ੍ਰਕਚਰ ਯੂਨਿਟ ਲੱਗੇ ਹੋਏ ਆ, ਭਾਵੇਂ ਤੁਸੀਂ ਆਟੋਮੋਬਾਈਲ ਇੰਡਸਟਰੀ ਕਹਿ ਲਓ, ਚਾਹੇ ਕੁਝ ਕਹਿ ਲਓ, ਉਹ ਸਾਰੇ ਅਮਰੀਕਨ ਕੰਪਨੀਆਂ ਹੀ ਓਨ ਕਰਦੀਆਂ ਨੇ, ਮਤਲਬ ਉਹਨਾਂ ਨੂੰ। ਤੇ ਜਦੋਂ ਡੁੱਬਣ ਲੱਗਦੇ ਆ ਤੇ ਜਿਹੜਾ ਸਟਿਮੂਲਸ ਪੈਕੇਜ ਨੇ ਉਹ ਫਿਰ ਕੈਨੇਡਾ ਨੂੰ ਆਪਣੇ ਕੋਲੋਂ ਦੇਣੇ ਪੈਂਦੇ ਉਹਨਾਂ ਨੂੰ। ਤੇ ਜੇ ਇਹ ਭਾਵੇਂ ਛੋਟੇ ਤੌਰ ਤੇ ਹੋ ਜਾਣ, ਛੋਟੇ ਯੂਨਿਟ ਹੋ ਜਾਣ, ਸੋ ਹੌਲੀ ਹੌਲੀ ਡਿਵੈਲਪ ਹੋ ਜਾਣਗੇ, ਇਸ ਪਾਸੇ ਨੂੰ ਮੈਨੂੰ ਲੱਗਦਾ ਹੈ ਕਿ ਉਹ ਧਿਆਨ ਵੀ ਨਹੀਂ ਦਿੰਦੇ, ਜਾਂ ਫਿਰ ਉਹ ਅਮਰੀਕਾ ਦੀ ਨਾਰਾਜ਼ਗੀ ਨਾ ਝੇੜਨ ਕਰਕੇ ਵੀ ਕਿਤੇ ਨਾ ਕਿਤੇ ਕੰਮ ਰੁਕ ਜਾਂਦਾ ਹੈ ਕਿ ਨਹੀਂ, ਜਿੱਦਾਂ ਚੱਲਦਾ ਇਹਨੂੰ ਚੱਲਦਾ ਰੱਖੋ। ਜੇ ਆਪਾਂ ਕੋਈ ਨਵਾਂ ਐਕਸਪੈਰੀਮੈਂਟ ਕਰਾਂਗੇ ਤੇ ਹੋ ਸਕਦਾ ਹੈ ਕਿ ਅਸੀਂ ਵੀ ਉਹ 'ਚ ਫਲੋਪ ਹੋ ਜਾਈਏ ਤੇ ਨਾਲ ਦੀ ਨਾਲ ਆਪਾਂ ਜਿਹੜਾ ਪਹਿਲਾਂ ਚੱਲ ਰਿਹਾ ਉਹਨੂੰ ਵੀ ਖਰਾਬ ਕਰ ਬਈਏ। ਨਹੀਂ, ਇਹ ਨਹੀਂ ਹਰਜੀਤ ਜੀ, ਇਹ ਗੱਲ ਨਹੀਂ ਹੈਗੀ। ਗੱਲ ਹੈਗੀ ਹੈ ਪੈਸੇ ਦੀ। ਫੋਰ ਐਗਜ਼ਾਮਪਲ ਅਲਬਰਟਾ ਦੇ ਵਿੱਚ ਸਵਾਏ ਇੱਕ ਕੰਪਨੀ ਕੈਨੇਡੀਅਨ ਦੇ, ਬਾਕੀ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਬਾਹਰਲੀਆਂ ਨੇ, ਯੂਰਪ ਦੀਆਂ ਜਾਂ ਅਮਰੀਕਨ ਕੰਪਨੀਆਂ, ਜਿਹੜੀਆਂ ਉੱਥੇ ਤੇਲ ਨੂੰ ਡਿਵੈਲਪ ਕਰ ਰਹੀਆਂ ਨੇ। ਇੱਥੋਂ ਦੇ ਲੋਕ ਜਿਨ੍ਹਾਂ ਦੇ ਜਿਹੜੇ ਬਿਲੀਅਨਰਸ ਨੇ, ਦੇ ਡੋਂਟ ਵਾਂਟ ਟੂ ਚੇਂਜ ਦੇਅਰ ਫੈਮਿਲੀ ਸਟਰਕਚਰ। ਜੇ ਕੋਈ ਮਤਲਬ ਗਰੋਸਰੀ 'ਚ ਪਿਆ ਦਾ ਤਾਂ ਗਰੋਸਰੀ 'ਚ ਹੀ ਪਿਆ ਦਾ, ਜੇ ਕੋਈ ਹੋਰ ਕਿਸੇ ਕੰਮ 'ਚ ਪਿਆ ਦਾ ਉਸੇ ਕੰਮ 'ਚ ਹੀ ਪਿਆ ਦਾ। ਕੋਈ ਫੋਰ ਐਗਜ਼ਾਮਪਲ ਆਪਾਂ ਦੇਖ ਲਈਏ, ਜਿੰਨੇ ਵੀ ਇੱਥੇ ਬਿਲੀਅਨਰਸ ਨੇ, ਹੁਣ ਉਹ ਪੈਸਾ ਤਾਂ ਉਹਨਾਂ ਕੋਲ ਹੀ ਆ ਨਾ। ਪੈਸਾ ਗੌਰਮੈਂਟ ਦੇ ਕੋਲ ਤਾਂ ਹੈ ਨਹੀਂ ਲਗਾਉਣ ਲਈ, ਗੌਰਮੈਂਟ ਨਹੀਂ ਲਗਾ ਸਕਦੀ, ਉਹਨਾਂ ਕੋਲ ਹੈ ਨਹੀਂ ਪੈਸਾ। ਲੇਕਿਨ ਐਟ ਦੀ ਸੇਮ ਟਾਈਮ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਇਹੋ ਜਿਹੇ ਕੰਮਾਂ ਲਈ ਅੱਗੇ ਵਧਣ ਨੂੰ ਤਿਆਰ ਨਹੀਂ ਹੈਗਾ। ਉਹ ਇਹ ਕੰਮ ਤਾਂ ਜ਼ਰੂਰ ਕਰ ਦਿੰਦਾ ਕਿ ਅਸੀਂ ਮੋਟਰ ਪਾਰਟਸ ਬਣਾ ਦਾਂਗੇ। ਹਾਂਜੀ, ਹੁਣ ਮੈਗਨਾ ਇੱਥੇ ਸ਼ੁਰੂ ਹੋਈ ਸੀਗੀ, ਲੇਕਿਨ ਉਹਨਾਂ ਨੇ ਦੇਖਿਆ ਕਿ ਕੈਨੇਡਾ ਦੇ ਵਿੱਚ ਸਕੋਪ ਬੜਾ ਘੱਟ ਹੈ। ਉਹਨਾਂ ਦਾ ਇੱਥੇ ਬਿਜ਼ਨਸ 25% ਰਹਿ ਗਿਆ, ਬਾਕੀ ਦਾ ਬਿਜ਼ਨਸ ਯੂਰਪ, ਹਿੰਦੁਸਤਾਨ ਔਰ ਅਮਰੀਕਾ 'ਚ ਲੈ ਗਏ ਉਹ। ਹਾਂਜੀ, ਉੱਥੇ ਜਾ ਕੇ ਉਹਨੇ ਫੈਕਟਰੀਆਂ ਖੋਲ੍ਹ ਦਿੱਤੀਆਂ। ਬੜੀ ਵੱਡੀ ਮੈਗਨਾ ਦੀ ਫੈਕਟਰੀ ਆ ਆਪਣੇ ਗੁਜਰਾਤ ਦੇ ਵਿੱਚ, ਅਮਰੀਕਾ ਦੇ ਵਿੱਚ ਫੈਕਟਰੀਆਂ, ਯੂਰਪ ਦੇ ਵਿੱਚ ਫੈਕਟਰੀਆਂ ਨੇ। ਸੋ ਜੋਬ ਕ੍ਰੀਏਸ਼ਨ ਜਿਹੜੀ ਆ ਉਹਨਾਂ ਕੰਟਰੀਆਂ 'ਚ ਹੋਣੀ ਸ਼ੁਰੂ ਹੋ ਗਈ, ਕਿਉਂਕਿ ਸਭ ਤੋਂ ਵੱਡੀ ਜਿਹੜੀ ਇੱਥੇ ਪ੍ਰੋਬਲਮ ਹੈ ਉਹ ਕੰਜ਼ਿਊਮਰ। ਇੱਥੇ ਕੰਜ਼ਿਊਮਰ ਬੜਾ ਘੱਟ ਹੈ। ਜਦੋਂ ਵੀ ਕੋਈ ਬੰਦਾ ਇੱਥੇ ਪੈਸਾ ਲਗਾਏਗਾ, ਉਹ ਪਹਿਲੋਂ ਤੁਹਾਡੀ ਜਿਹੜੀ ਆਪਣੀ ਇਨਰ ਮਾਰਕੀਟ ਆ ਉਹਨੂੰ ਉਹ ਦੇਖਦਾ ਕਿ ਅਗਰ ਪੈਸਾ ਅਗਰ ਬਾਹਰ ਨਾ ਵਿਕੇ ਤਾਂ ਕਮ ਸੇ ਕਮ ਦੇਸ਼ ਦੇ ਵਿੱਚ ਤਾਂ ਵਿਕ ਜਾਏਗਾ। ਇਸ ਕਰਕੇ ਚਾਈਨਾ ਦੇ ਵਿੱਚ ਜਿਹੜੀ ਇੰਡਸਟਰੀਆਂ ਲੱਗਦੀਆਂ ਨੇ, ਜਾਂ ਇੰਡੀਆ 'ਚ ਜਿਹੜੀਆਂ ਇੰਡਸਟਰੀਆਂ ਲੱਗਦੀਆਂ ਨੇ, ਉਹਨਾਂ ਦੀ ਖਪਤ ਜਿਹੜੀ ਆ ਇੰਟਰਨਲ ਬਹੁਤ ਹੋ ਜਾਂਦੀ ਹੈ। ਸੋ ਦੇ ਕੈਨ ਐਟਲੀਸਟ ਸਰਵਾਈਵ।
लेकिन कैनेडा भी तो सर्वाइव भी बड़ा मुश्किल है, इट्स वेरी डिफिकल्ट। ਡਾਕਟਰ ਸਾਹਿਬ ਕੋਵਿਡ ਦੀ ਇੱਕ ਵਾਰੀ ਫੇਰ ਗੱਲ ਕਰਦੇ ਹਾਂ। ਜਿਹੜੇ ਸਾਡੇ ਹੈਲਥ ਵਰਕਰ ਨੇ, ਡਾਕਟਰ ਨੇ, ਨਰਸਸ ਨੇ, ਜਾਂ ਜਿਹੜੇ ਪੈਰਾਮੈਡੀਕਲ ਵਾਲੇ ਲੋਕ ਨੇ, ਉਹਨਾਂ ਨੂੰ ਜਿਹੜਾ ਕੰਪਲਸਰੀ ਜਾਂ ਮੈਂਡੇਟਰੀ ਜਿਹੜਾ ਤੌਰ ਦੇ ਉੱਤੇ ਵੈਕਸੀਨੇਸ਼ਨ ਕਰਨ ਲਈ ਕਿਹਾ ਜਾ ਰਿਹਾ ਹੈ, ਵੈਸੇ ਤੇ ਮੈਂਡੇਟਰੀ ਹਰ ਇੱਕ ਨੂੰ ਹੀ ਹੋਣੀ ਚਾਹੀਦੀ ਹੈ। ਜੇ ਵੈਕਸੀਨੇਸ਼ਨ ਜਿਹੜੀ ਆ ਇਹਦੇ ਨਾਲ ਕੁਝ ਰਿਲੀਫ ਮਿਲਦਾ, ਤਾਂ ਕੌਣ ਲੋਕ ਨੇ ਜਿਹੜੇ ਕਹਿ ਰਹੇ ਕਿ ਅਸੀਂ ਲਵਾਉਣੀ ਨਹੀਂ ਜਾਂ ਉਹ ਅੱਗੇ ਨਹੀਂ ਆਉਂਦੇ, ਤੇ ਫਿਰ ਜਿਹੜੀਆਂ ਪਾਬੰਦੀਆਂ ਬਾਅਦ ਚ ਆਪਾਂ ਫੇਸ ਕਰ ਰਹੇ ਹਾਂ ਹੁਣ। ਮੈਂ ਅੱਗੇ ਵੀ ਇੱਕ ਦਿਨ ਤੁਹਾਡੇ ਨਾਲ ਗੱਲ ਸਾਂਝੀ ਕੀਤੀ, ਇੱਕਾ ਦੁੱਕਾ ਕੰਟਰੀਜ਼ ਨੇ ਜਿਹੜਾ ਮਿਕਸ ਮੈਚ ਆ ਉਹਨੂੰ ਵੀ ਅਲਾਉ ਨਹੀਂ ਕੀਤਾ, ਔਰ ਉਹਨਾਂ ਨੇ, ਤੁਹਾਨੂੰ ਯਾਦ ਹੋਣਾ, ਕੈਨੇਡੀਅਨ ਇੱਕ ਸਿਟੀਜ਼ਨ ਨੂੰ ਵਾਪਸ ਆਉਣਾ ਪਿਆ ਕਿਸੇ ਕੰਟਰੀ ਤੋਂ, ਉਹ ਆਪਣੇ ਮਦਰ ਦੇ ਜਾਂ ਫਾਦਰ ਦੇ ਫਿਊਨਰਲ ਤੇ ਗਿਆ ਸੀ, ਉਹਨਾਂ ਅਲਾਉ ਨਹੀਂ ਕੀਤਾ ਉਹਨਾਂ ਨੇ, ਸੋ ਕਿ ਅਸੀਂ ਮਿਕਸ ਮੈਚ ਨੂੰ ਵੀ ਨਹੀਂ ਅਲਾਉ ਕਰਦੇ। ਤੇ ਜਿਨ੍ਹਾਂ ਨੇ ਲਵਾਇਆ ਹੀ ਨਹੀਂ, ਉਹਨਾਂ ਲੋਕਾਂ ਨੂੰ ਫਿਰ ਅੱਗੇ ਚੱਲ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ। ਤੇ ਗਵਰਨਮੈਂਟ ਕਿਉਂ ਨਹੀਂ ਇਹਨੂੰ ਮੈਂਡੇਟਰੀ ਕਰ ਸਕਦੀ? ਜੇ ਇੰਨੀ ਵੱਡੀ ਮਹਾਂਮਾਰੀ ਆ, ਉਹ ਲੋਕ ਦੂਜਿਆਂ ਲਈ ਵੀ ਖਤਰਾ ਤੇ ਬਣ ਸਕਦੇ ਹਨ ਨਾ ਜੀ। नहीं कर नहीं सकते, अंडर द कॉन्स्टिट्यूशन आर्टिकल दे कांट कंपेल एनी पर्सन टू हैव इंजेक्शन वैक्सीन, नाइदर इन अमेरिका नॉर इन कनाडा, नॉर इवन इन यूरोप। हाँ जी, ये मैंडेटरी ਜਿਹੜਾ वर्ड है ना, ਇਹ ਕੋਟਾ ਦੇ ਵਿੱਚ ਸਟੇ ਨਹੀਂ ਕਰਨਾ, ਉਹਨਾਂ ਦੀ ਮਰਜ਼ੀ ਹੈ। हाँ जी, ਇਹ ਬਹੁਤ ਵੱਡਾ ਇੱਥੇ ਫੈਕਟਰ ਹੈਗਾ। ਹੁਣ ਅਮਰੀਕਾ 'ਚ 30% ਲੋਕਾਂ ਨੇ ਇੰਜੈਕਸ਼ਨ ਨਹੀਂ ਲਗਵਾਏ, वैक्सीन नहीं लगवाई, ना लगवा रहे ने लोग। विदाउट वैक्सीन वाले इस वक्त 90% अफेक्टेड ने, 90% उन्होंने डेथ्स हो रही हैं, और डेथ्स तो चिट्ठियाँ लिख रहे हैं कि भाई मैं तो बेवकूफ सी, मैं नहीं लगवाई वैक्सीन, तुसी लगवा लो। इत्थे भी कम से कम 20% हेल्थ वर्कर्स वो ने जिहड़े मतलब बकायदा डॉक्टरां दे दफ्तरां दे विच, हॉस्पिटलां दे विच जी या हर जगह के उपर काम करते हैं, 20% उन्होंने भी नहीं लगवाया। जो फोर्ड को कहा गया तुम लगाओ, कहता जी मैं मैंडेटरी नहीं कर सकता। अच्छा, उन्हें कहा भी स्कूल के बच्चों को कम से कम तुम कर सकते हो, वो तो कर लो, वो कहता मैं वो भी नहीं कर सकता। सो देर आर प्रैक्टिकल डिफिकल्टीज ड्यू टू कॉन्स्टिट्यूशन, और जोड़ा साडा इत्थे चार्टर ऑफ राइट्स है, वो वजह करके अमेरिकन का जोड़ा आर्टिकल 1 है कॉन्स्टिट्यूशन का, वो वजह करके कई वजह ने दुनिया यूरोप के भी सेम प्रॉब्लम है। हाँ जी, उत्थे भी तुसी कंपेल नहीं कर सकते। सो बेसिकली 30% थ्रू आउट द वर्ल्ड, इवन हिंदुस्तान के विच तुसी देखो, बड़े पिंडां दे दियां इंटरव्यू सुनिया, कहते ये जहर है, ये सानू मारन लई लगाया जा रहा, असीं नहीं लवाना। ਉੱਥੇ ਡਾਕਟਰ ਸਾਹਿਬ ਮੈਨੂੰ ਲੱਗਦਾ ਚਲੋ ਹੋ ਸਕਦਾ ਉੱਥੇ ਵੀ, ਕਿਉਂਕਿ ਜਿੱਦਾਂ ਦੀ ਵੀ ਹੈਗੀ ਹੈ ਡੈਮੋਕ੍ਰੇਸੀ, ਸਾਡੇ ਸੰਵਿਧਾਨ 'ਚ ਇੱਦਾਂ ਦੀ ਇਜਾਜ਼ਤ ਹੋਵੇ ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ, ਪਰ ਉੱਥੇ ਤੇ ਕੁਝ ਕਾਰਨ ਹੋਰ ਵੀ ਹੈ ਨਾ, ਲੋਕਾਂ ਦੀ ਇਗਨੋਰੈਂਸ ਆ, ਲੋਕਾਂ ਦੀ ਐਜੂਕੇਸ਼ਨ ਘੱਟ ਹੋਣਾ, ਜਾਂ ਉਹਨਾਂ ਨੂੰ ਉਹ ਸਮਝਣਾ ਹੋਣਾ, ਰਿਮੋਟ ਏਰੀਆ 'ਚ ਲੋਕ ਜਿਹੜੇ ਬੈਠੇ ਆ ਉਹਨਾਂ ਦਾ ਅਜੇ ਤੱਕ ਪੁਰਾਣੀਆਂ ਜਿਹੜੀਆਂ ਰਵਾਇਤਾਂ ਉਹਨਾਂ ਨੂੰ ਲੈ ਕੇ ਤੁਰੇ ਜਾਣਾ ਵਾਲਾ ਗੱਲ ਹੋ ਸਕਦੀ ਆ। ਪਰ ਜਿਹੜੇ ਐਡਵਾਂਸ ਕੰਟਰੀ ਆ ਉਹਨਾਂ ਦੀ ਸਥਿਤੀ ਥੋੜ੍ਹੀ ਜਿਹੀ ਬਿਹਤਰ ਆ ਹੋਰ ਗੱਲਾਂ ਤੋਂ। ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹੈਲਥ ਵਾਲੇ ਆ ਉਹਨਾਂ ਨੂੰ ਮੈਂਡੇਟਰੀ ਕਰਨ ਬਾਰੇ ਇੱਕ ਡਿਮਾਂਡ ਹੋ ਰਹੀ ਆ, ਤੇ ਫਿਰ ਜਿਹੜਾ ਚਾਰਟਰ ਹੈ ਜੀ ਰਾਈਟਸ ਦਾ, ਉਹਦਾ ਇਫੈਕਟ ਉਹਨਾਂ ਦਾ ਵੀ ਹੋਊਗਾ, ਉਹ ਵੀ ਤਾਂ ਉੱਥੋਂ ਦੀ ਸਿਟੀਜ਼ਨ ਹੈ। ਨੈਚੁਰਲੀ ਦੇਖੋ, ਉਹਨਾਂ ਦਾ ਜਿਹੜੇ ਡਾਕਟਰਸ ਔਰ ਨਰਸਿਸ ਕਹਿ ਰਹੀਆਂ ਨੇ ਨਾ ਹੈਲਥ ਵਰਕਰਸ ਨੂੰ, ਉਹਦੇ 'ਚ ਦੋ ਚੀਜ਼ਾਂ ਹੋ ਸਕਦੀਆਂ ਨੇ ਕਿ ਜਿਹੜੇ ਹੈਲਥ ਵਰਕਰਸ ਨੇ, ਜਿਹੜਾ ਹਸਪੀਟਲ ਹੈ ਜਾਂ ਜਿਹੜਾ ਲੌਂਗ ਟਰਮ ਕੇਅਰ ਸੈਂਟਰ ਹੈ, या ਜਿਹੜੇ ਡਾਕਟਰਸ ਦੇ ਆਫਿਸ ਹੁੰਦੇ ਨੇ, ਜਾਂ ਮੈਂ ਫਿਜ਼ੀਓ ਕਰਾਉਣ ਜਾਂਦਾ, ਉਸ ਆਫਿਸ ਦੇ ਵਿੱਚ ਦੋ ਫਿਜ਼ੀਓ ਵਾਲੇ ਜਿਹੜੇ ਨੇ, ਉਹ ਕਹਿੰਦੇ ਅਸੀਂ ਇਹ ਵੈਕਸੀਨ mRNA ਲਗਵਾਉਣੀ ਨਹੀਂ। ਉਹ ਰੋਜ਼ 10-12 ਪੇਸ਼ੈਂਟਸ ਨੂੰ ਦੋ ਫਿਜ਼ੀਓ ਜਿਹੜੇ ਨੇ ਉਹ ਦੇਖਦੇ ਨੇ, ਉਹਨਾਂ ਨੂੰ ਟਰੀਟ ਕਰਦੇ ਨੇ ਪੂਰਾ। ਲੇਕਿਨ ਐਟ ਦੀ ਸੇਮ ਟਾਈਮ ਅਗਰ ਕੰਪਨੀਆਂ ਚਾਹਣ ਤੇ ਉਹ ਜ਼ਰੂਰ ਮੈਂਡੇਟਰੀ ਕਰ ਸਕਦੀਆਂ ਨੇ ਕਿ ਅਸੀਂ ਉਹੀ ਵਰਕਰ ਰੱਖਣੇ ਨੇ ਜਿਨ੍ਹਾਂ ਨੇ 2 ਵੈਕਸੀਨਾਂ ਲਵਾਈਆਂ ਹੋਈਆਂ। ਹਾਂ ਬਿਲਕੁਲ ਡਾਕਟਰ ਸਾਹਿਬ, ਇਹ ਤੇ ਹੈ। ਅੱਛਾ ਡਾਕਟਰ ਸਾਹਿਬ, ਹੁਣ ਅਫਗਾਨਿਸਤਾਨ ਨੂੰ ਲੈ ਕੇ ਆਪਾਂ ਵੈਸੇ ਲਗਭਗ ਰੋਜ਼ ਹੀ ਚਰਚਾ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਲੈਂਦੇ ਹਾਂ। ਅਫਗਾਨਿਸਤਾਨ 'ਚ ਹਾਲਾਤ ਕਾਫੀ ਖਰਾਬ ਨੇ। ਅੱਜ ਵੀ ਇਹ ਖਬਰ ਆ ਰਹੀ ਆ ਕਿ ਜਿਹੜੇ ਆਪਣਾ ਹੈਗੇ ਨੇ ਰਾਸ਼ਟਰਪਤੀ, ਉਹਨਾਂ ਦੇ ਘਰ ਲਾਗੇ ਧਮਾਕਾ ਕੁਝ ਦਿਨ ਪਹਿਲਾਂ ਹੋਇਆ ਸੀ, ਇੱਕ ਧਮਾਕਾ ਹੁਣ ਹੋਰ ਹੋਇਆ ਜੀ। ਤੇ ਨਾਲ ਦੀ ਨਾਲ ਅਫਗਾਨਿਸਤਾਨ ਦੇ ਕਾਬਲ 'ਚ ਜਿਹੜੇ ਆ ਰਾਸ਼ਟਰਪਤੀ ਭਵਨ ਦੇ ਨੇੜੇ ਧਮਾਕਾ ਹੋਇਆ ਸੀਗਾ। ਤੇ ਨਾਲ ਦੀ ਨਾਲ ਅਫਗਾਨਿਸਤਾਨ 'ਚ ਇੱਕ ਜਰਨਲ ਨੇ ਕਿਹਾ ਆ
ਕਿ ਜੇ ਤਾਲਿਬਾਨ ਕਾਬਜ਼ ਹੋ ਗਏ ਤੇ ਦੁਨੀਆ ਭਰ ਵਾਸਤੇ ਇਹ ਬੜਾ ਵਿਨਾਸ਼ਕਾਰੀ ਹੋਏਗਾ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸਲ 'ਚ ਇਹ ਆਜ਼ਾਦੀ ਤੇ ਇੱਕ ਕਿਸਮ ਦੀ ਡਿਕਟੇਟਰਸ਼ਿਪ ਦੀ ਲੜਾਈ ਆ। ਜੇਕਰ ਤਾਲਿਬਾਨ ਆ ਜਾਂਦੇ ਆ ਤੇ ਫਿਰ ਆਪਾਂ ਬਹੁਤ, ਤੁਸੀਂ ਵੀ ਅੱਗੇ ਕਿਹਾ ਇਹ ਗੱਲ ਕਿ ਅੱਗੇ ਵਾਲੇ ਤਾਲਿਬਾਨ ਨਹੀਂ 20 ਸਾਲ ਪੁਰਾਣੇ ਵਾਲੇ, ਉਹ ਉੱਥੋਂ ਦੇ ਲੋਕਲ ਤਾਲਿਬਾਨ ਨੇ ਔਰ ਉਹ ਲੋਕਲ ਲੋਕਾਂ ਨੂੰ ਉਸ ਤਰ੍ਹਾਂ ਤੰਗ ਸ਼ਾਇਦ ਨਹੀਂ ਕਰਨਗੇ। ਪਰ ਜਿਹੜੇ ਇਲਾਕਿਆਂ 'ਚ ਜਿੱਦਾਂ ਕਹਿ ਰਹੇ ਕਿ 90% ਬਾਰਡਰ ਨਾਲ ਲੱਗਦੇ ਏਰੀਏ ਤੇ ਉਹਨਾਂ ਕੋ ਆ ਗਏ ਤੇ ਉੱਥੇ ਉਹਨਾਂ ਨੇ ਉਹ ਤਾਲਿਬਾਨੀ ਹੁਕਮ ਤੇ ਫਿਰ ਜਾਰੀ ਕਰ ਦਿੱਤੇ ਨੇ ਕਿ ਕੁੜੀਆਂ ਸਕੂਲ ਨਹੀਂ ਜਾਣਗੀਆਂ, ਇਹ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਦਾ ਪਹਿਲਾਂ ਕਰਦੇ ਆਏ ਨੇ। ਤੇ ਹੁਣ ਵੀ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਕਿ ਬੜੇ ਸੁਲਝੇ ਹੋਏ ਜਾਂ ਬੜੇ ਐਡਵਾਂਸ ਕੋਈ ਤਾਲਿਬਾਨ ਆ ਗਏ ਨੇ। ਤੇ ਦੁਨੀਆ ਤੇ ਇਸ ਗੱਲੋਂ ਡਰਦੀ ਤਾਂ ਹੈ ਨਾ ਜੀ ਕਿਤੇ ਨਾ ਕਿਤੇ, ਜਿਹੜੀ ਘੱਟੋ ਘੱਟ ਜਿਹੜੇ ਕੋਈ ਲਿਬਰਲ ਸੋਚ ਵਾਲੇ ਲੋਕ ਉੱਥੇ ਹੋਣਗੇ ਉਹ ਤੇ ਇਸ ਗੱਲ ਤੋਂ ਘਬਰਾਏ ਹੋਏ ਨੇ ਨਾ। ਨਹੀਂ ਘਬਰਾਏ ਰਹਿਣ, ਉਹ ਬੇਸਿਕਲੀ ਜਿੱਥੇ ਸ਼ਰੀਆ ਲਾਗੂ ਹੋ ਜਾਂਦਾ ਉੱਥੇ ਤੇ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਨੇ ਇਹ ਆਲਰੇਡੀ ਸ਼ਰੀਆ ਲਾ ਦੇ ਵਿੱਚ ਹੈਗੀਆਂ ਨੇ, ਗੱਲ ਖਤਮ ਹੋ ਗਈ। ਦੂਸਰੀ ਵੱਡੀ ਗੱਲ ਇਹ ਹੈ ਕਿ ਤੁਸੀਂ ਗੱਲ ਕੀਤੀ ਪ੍ਰੈਜ਼ੀਡੈਂਟ, ਕੱਲ ਪ੍ਰੈਜ਼ੀਡੈਂਟ ਸਾਹਿਬ ਨੇ ਬਕਾਇਦਾ ਐਡਰੈਸ ਕਰ ਰਹੇ ਸੀਗੇ ਆਪਣੇ ਸਾਰੇ ਐਮਪੀਜ਼ ਨੂੰ, ਅਸੈਂਬਲੀ ਨੂੰ, ਗਨੀ ਸਾਹਿਬ, ਔਰ ਉਹਨਾਂ ਨੇ ਉੱਥੇ ਬਿਆਨ ਦਿੱਤਾ ਕਿ ਉਹਨਾਂ ਨੇ ਅਮਰੀਕਾ ਤੇ ਬਲੇਮ ਲਗਾ ਦਿੱਤਾ ਕਿ ਅਮਰੀਕਾ ਜਿਹੜਾ ਹੈ ਉਹ ਇੱਥੋਂ ਨਿਕਲ ਗਿਆ, ਇਸ ਕਰਕੇ ਸਾਡੀ ਜਿਹੜੀ ਸਿਚੁਏਸ਼ਨ ਹੈ ਬੜੀ ਖਰਾਬ ਹੁੰਦੀ ਜਾ ਰਹੀ ਹੈ। ਕੱਲ ਯਾਨੀ ਕਿ ਹੁਣ ਤਾਂ ਹਿੰਦੁਸਤਾਨ 'ਚ ਰਾਤ ਪੈ ਗਈ, ਕੱਲ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਨੇ ਹਿੰਦੁਸਤਾਨ ਦੇ ਫੋਰਨ ਮਿਨਿਸਟਰ ਨਾਲ ਗੱਲ ਕਰਕੇ ਇਹ ਗੱਲ ਕਹੀ ਕਿ ਸਾਨੂੰ ਬਚਾਓ, ਲਫ਼ਜ਼ ਯੂਜ਼ ਕੀਤਾ ਗਿਆ ਕਿ ਸੇਵ ਅਸ, ਸੇਵ ਅਸ। ਉਹਦਾ ਮਤਲਬ ਸੀ ਕਿ ਅਮਰੀਕਨ ਤੁਸੀਂ ਹਿੰਦੁਸਤਾਨੀ ਹੋ, ਤੁਸੀਂ ਆਪਣੀਆਂ ਫੌਜਾਂ ਭੇਜੋ। ਸੋ ਦੈਟਸ ਨਾਟ ਗੋਇੰਗ ਟੂ ਹੈਪਨ, ਦੈਟਸ ਨੰਬਰ 1। ਔਰ ਸੈਕੰਡਲੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਇਸ ਵਕਤ ਰਜੀਮ ਹੈ ਉਹ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ। ਉਹਨਾਂ ਨੇ ਇੰਨੀ ਕਰਪਸ਼ਨ ਕੀਤੀ ਹੈ ਪਿਛਲੇ 20 ਸਾਲ ਦੇ ਵਿੱਚ, ਜਿਹੜੇ ਬਿਲੀਅਨ ਐਂਡ ਬਿਲੀਅਨ ਆਫ ਡਾਲਰਸ ਅਮਰੀਕਨ ਉੱਥੇ ਉਹਨਾਂ ਨੂੰ ਹੈਲਪ ਕਰਨ ਲਈ ਦਿੱਤੀ, ਉਹ ਸਾਰੇ ਦੇ ਸਾਰੇ ਉਹਨਾਂ ਦੀਆਂ ਜੇਬਾਂ 'ਚ ਪੈ ਗਏ ਨੇ। ਲੋਕਾਂ ਦੇ ਉੱਪਰ ਤੇ ਕੋਈ ਪੈਸਾ ਹੀ ਨਹੀਂ ਖਰਚ ਹੋਇਆ ਉੱਥੇ, ਨਾ ਕੋਈ ਹਸਪੀਟਲ ਬਣੇ, ਨਾ ਕੁਝ ਨਾ ਕੋਈ ਉੱਥੇ ਸਟਰਕਚਰ ਹੋਇਆ, ਹਾਂਜੀ, ਨਾ ਉੱਥੇ ਇੰਡਸਟਰੀ ਲੱਗੀ। ਸੋ ਇਹ ਬੇਸਿਕਲੀ ਗਨੀ ਸਾਹਿਬ ਜੋ ਮਰਜ਼ੀ ਕਹਿਣ, ਅਬਦੁੱਲਾ ਜੋ ਮਰਜ਼ੀ ਕਵੇ, ਔਰ ਜਿਹੜਾ ਤੁਹਾਡਾ ਜਨਰਲ ਆ ਉਹ ਵੀ ਜੋ ਮਰਜ਼ੀ ਕਵੇ, ਇਹ ਲੋਕਾਂ ਨੇ ਲੋਕਾਂ ਵੱਲ ਖਿਆਲ ਨਹੀਂ ਕੀਤਾ। ਯੂ ਕੈਨ ਓਨਲੀ ਵਿਨ ਦ ਹਾਰਟਸ ਆਫ ਦ ਪੀਪਲ ਵੈਨ ਯੂ ਵਰਕ ਫॉर them, ਐਂਡ ਇਫ ਯੂ ਡੋਂਟ ਵਰਕ ਫॉर them you are going to lose their sympathy at all। ਡਾਕਟਰ ਸਾਹਿਬ ਇਹ ਜਿਹੜਾ ਖਿੱਤਾ ਹੈ ਜੀ, ਸ਼ਾਇਦ ਇਹਨੂੰ ਕੋਈ ਉਹ ਕੁਦਰਤ ਦੀ ਕਹਿੰਦੇ ਉਹ ਮਾਰ ਕਹਿ ਲਓ ਜਾਂ ਦੇਣ ਕਹਿ ਲਓ। ਹੁਣ ਅਫਗਾਨਿਸਤਾਨ ਦੇ ਨਾਲ ਹੀ ਈਰਾਨ ਲੱਗਦਾ ਤੇ ਈਰਾਨ ਦੇ ਵਿੱਚ ਵੀ ਜਿਸ ਤਰੀਕੇ ਨਾਲ ਦੁਨੀਆ ਦਾ ਧਿਆਨ ਖਿੱਚਿਆ ਪਿਆ ਹੈ ਇਸ ਵੇਲੇ, ਉਹ ਇਜ਼ਰਾਈਲ ਦੇ ਟੈਂਕਰ ਦੇ ਉੱਤੇ ਡਰੋਨ ਹਮਲਾ ਹੋਇਆ ਤੇ ਉਹਦਾ ਨਾਂ ਲੱਗ ਰਿਹਾ ਵਾ ਈਰਾਨ ਦਾ। ਬ੍ਰਿਟਨ ਨੇ ਵੀ ਕਿਹਾ ਵੀ ਈਰਾਨ ਦਾ ਕਸੂਰ ਹੈ ਤੇ ਅਮਰੀਕਾ ਵੀ ਕਹਿ ਰਿਹਾ। ਤੇ ਜੇ ਇਜ਼ਰਾਈਲ ਦੀ ਈਰਾਨ ਨਾਲ ਕੱਲ ਨੂੰ ਜੇ ਹਾਲਾਂ ਉਹਨਾਂ ਦਾ ਡਿਸਟੈਂਸ ਦੂਰ ਬੈਠੇ ਇੱਕ ਦੂਜੇ ਤੋਂ, ਮਿਜ਼ਾਈਲਾਂ ਅੱਜ ਕੱਲ੍ਹ ਨਵਾਂ ਟੈਕਨੋਲੋਜੀ ਆ, ਤੇ ਇਸ ਤਰ੍ਹਾਂ ਦਾ ਯੁੱਧ ਫੇਰ ਛਿੜ ਜਾਂਦਾ ਆ, ਤੇ ਅਫਗਾਨਿਸਤਾਨ 'ਚੋਂ ਫੌਜਾਂ ਕੱਢਣ ਦਾ ਕੀ ਫਾਇਦਾ ਜੇ ਉਹ ਮੁੜ ਕੇ ਈਰਾਨ ਵੱਲ ਭੇਜ ਦੇਣੀਆਂ ਤਾਂ? ਨਹੀਂ, ਫੌਜਾਂ ਦੇਖੋ, ਹੁਣ ਫੌਜਾਂ ਦੀ ਤਾਂ ਲੜਾਈ ਨਹੀਂ ਰਹੀ, ਜਿਹੜੀ ਜ਼ਮੀਨੀ ਲੜਾਈ ਹੈ ਨਾ ਉਹਨੂੰ ਤੁਸੀਂ ਭੁੱਲ ਜਾਓ, ਫੋਰਗੇਟ ਅਬਾਊਟ ਇਟ। ਹਾਂਜੀ, ਉਹ ਤੁਸੀਂ ਇਹ ਦੇਖੋ ਕਿ ਜਦੋਂ 2001 ਦੇ ਵਿੱਚ ਮਿਸਾਈਲ ਜਿਹੜੇ ਆ ਸੁੱਟਣੇ ਸ਼ੁਰੂ ਹੋਏ ਅਫਗਾਨਿਸਤਾਨ ਦੇ ਵਿੱਚ, ਪਹਿਲਾਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਜਦੋਂ ਇਹ ਦੇਖ ਲਿਆ 10-15 ਦਿਨ ਖੂਬ ਬੰਬਾਰਡਮੈਂਟ ਉੱਥੇ ਕੀਤੀ, ਔਰ ਉੱਥੋਂ ਦੇ ਜਿਹੜੇ ਤਾਲਿਬਾਨ ਸੀਗੇ ਉਹ ਸ਼ਹਿਰ ਛੱਡ ਕੇ ਦੌੜਦੇ ਜਾ ਰਹੇ ਸੀਗੇ, ਕੋਈ ਪਾਕਿਸਤਾਨ ਵੱਲ ਨੂੰ, ਕੋਈ ਪਹਾੜੀਆਂ ਦੇ ਵਿੱਚ। ਸੋ ਉਹ ਸਿਚੁਏਸ਼ਨ ਡਿਫਰੈਂਟ ਸੀ, ਉਦੋਂ ਇਹਨਾਂ ਨੇ ਫੌਜੀ ਫਿਰ ਬਾਅਦ 'ਚ ਭੇਜੇ। ਅੱਜ ਅਗਰ ਈਰਾਨ ਨਾਲ ਲੜਾਈ ਹੋਏਗੀ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਈਰਾਨ ਦੇ ਵਿੱਚ ਫੌਜਾਂ ਉਦੋਂ ਹੀ ਜਾਣਗੀਆਂ ਜ਼ਮੀਨੀ ਜਦੋਂ ਈਰਾਨ ਦੀ 2/3 ਉਹ ਤਬਾਹੀ ਕਰ ਦੇਣਗੇ, ਹਾਂਜੀ, ਬੰਬਾਰਡਮੈਂਟ ਦੇ ਨਾਲ ਔਰ ਮਿਸਾਈਲਸ ਦੇ ਨਾਲ। ਔਰ ਇਸ ਵਕਤ ਇਜ਼ਰਾਈਲ ਜਿਹੜਾ ਉਹ ਬਹੁਤ ਜ਼ਿਆਦਾ ਸਟਰੋਂਗ ਹੈਗਾ, ਉਹਨੂੰ ਅਮਰੀਕਾ ਦੀ ਵੀ ਜ਼ਰੂਰਤ ਨਹੀਂ ਹੈਗੀ, ਸਿਰਫ ਅਮਰੀਕਾ ਹਾਂ ਕਰ ਦੇਵੇ। ਇਜ਼ਰਾਈਲ ਅਲੋਨ, ਹਾਂਜੀ, ਕੈਨ ਡੂ ਦਿਸ ਡੈਮੇਜ ਟੂ ਈਰਾਨ ਅਲੋਨ। ਪਰ ਡਾਕਟਰ ਸਾਹਿਬ ਉਹ ਵੀ ਤਾਂ ਮਤਲਬ ਨਿਊਕਲੀਅਰ ਪਾਵਰ ਕੰਟਰੀ ਹੈ ਨਾ, ਈਰਾਨ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਨੇ। ਤੇ ਫਿਰ ਉਹ ਕਹਿੰਦੇ ਹੁੰਦੇ ਆ ਕਿ ਮਰਦਾ ਕੀ ਨਹੀਂ ਕਰਦਾ, ਜੇ ਫਿਰ ਇੱਕ ਪਾਸੇ ਗਰੁੱਪ ਬਣ ਜਾਂਦਾ ਹੈ ਦੁਨੀਆ ਦਾ ਉਹਦੇ ਖਿਲਾਫ,
ਤੇ ਫਿਰ ਉਹ ਵੀ ਤਾਂ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਆ ਨਾ। ਜੇ ਸਿੱਧਾ ਇਜ਼ਰਾਈਲ ਦਾ ਨਾ ਕਰ ਸਕਣਗੇ ਤੇ ਕਿਸੇ ਹੋਰ ਤਰੀਕੇ ਆਪਣੇ ਨੇੜੇ ਜਿਹੜੇ ਉਹਨਾਂ ਦੇ ਵਿਰੋਧੀ ਬੈਠੇ ਉਹਨਾਂ ਦਾ ਕਰ ਦੇਣਗੇ। ਹੁਣ ਸਾਊਦੀ ਅਰੇਬੀਆ ਕਿਉਂ ਕਹਿ ਰਿਹਾ ਕਿ ਈਰਾਨ ਨਾਲ ਗੱਲਬਾਤ ਕਰ ਲੈ, ਹਾਲਾਂ ਉਹ ਦੋਨੇ ਕੰਟਰੀ ਇੱਕ ਦੂਜੇ ਦੇ ਬੜੇ ਸਖਤ ਵਿਰੋਧ। ਆਪਾਂ ਜਾਣਦੇ ਆ ਸ਼ੀਆ ਸੁੰਨੀ ਦਾ ਉਹਨਾਂ ਦਾ ਕਿੰਨਾ ਫਰਕ ਹੈ, ਤੇ ਹੁਣ ਸਾਊਦੀ ਅਰੇਬੀਆ ਕਹਿ ਰਿਹਾ ਕਿ ਈਰਾਨ ਨਾਲ ਲੜਾਈ ਨਹੀਂ, ਗੱਲ ਕਰਨੀ ਬਣਦੀ ਆਪਣੀ। ਨਹੀਂ, ਉਹ ਦੇਖੋ, ਉਹ ਇੱਕ ਬੜੀ ਛੋਟੀ ਜੀ ਗੱਲ ਹੈ ਪੋਲਿਟਿਕਸ ਦੇ ਵਿੱਚ। ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਤੁਸੀਂ ਕਿਹਾ ਕਿ ਨਿਊਕਲੀਅਰ ਵੈਪਨ ਜਿਹੜੇ ਨੇ ਈਰਾਨ ਦੇ ਕੋਲ, ਈਰਾਨ ਵਿਲ ਟੇਕ ਐਟ ਲੀਸਟ ਅਨਦਰ 10 to 15 ਈਅਰਸ ਹਾਂਜੀ ਇੱਕ ਨਿਊਕਲੀਅਰ ਬਣਾਉਣ ਲਈ। ਸੋ ਈਰਾਨ ਕੋਲ ਨਿਊਕਲੀਅਰ ਨਹੀਂ ਹੈਗੇ, ਨਾ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਬਣਨੇ ਨੇ। ਉਹਦੇ ਲਈ ਬਹੁਤ ਐਨਰਿਚਡ ਯੂਰੇਨੀਅਮ ਚਾਹੀਦਾ, ਜਿਹੜਾ ਅਜੇ ਤੱਕ ਈਰਾਨ ਦੇ ਕੋਲ 10% ਹੀ ਐਨਰਿਚਡ ਯੂਰੇਨੀਅਮ ਤੱਕ ਉਹ ਪਹੁੰਚ ਸਕੇ ਨੇ, ਐਂਡ ਦੇ ਨੀਡ ਅਪ ਟੂ 90% ਐਨਰਿਚਡ ਯੂਰੇਨੀਅਮ। ਸੋ ਉਹਦੇ 'ਚ ਉਹਨਾਂ ਨੂੰ ਲੱਗਣਾ ਟਾਈਮ, ਦੈਟਸ ਨੰਬਰ 1। ਦੂਜਾ, ਉਹਨਾਂ ਕੋਲ ਹੁਣ ਪੈਸਾ ਹੀ ਹੈ ਨਹੀਂ ਹਾਂਜੀ, ਉਹ ਦੇ ਆਰ ਇਨ ਅ ਵੈਰੀ ਇਕਨੋਮਿਕ ਡਿਫੀਕਲਟੀਜ਼। ਔਰ ਤੀਸਰੀ ਗੱਲ ਤੁਸੀਂ ਗੱਲ ਕਹੀ ਹੈ ਕਿ ਹਾਂ ਭਾਈ ਉਹ ਗਰੁੱਪਿਜ਼ਮ ਹੈ। ਗਰੁੱਪਿਜ਼ਮ ਜਿਹੜਾ ਇਸ ਵਕਤ ਤੁਸੀਂ ਹੈਰਾਨ ਹੋ ਗਏ ਕਿ ਇੰਡੀਆ ਔਰ ਚਾਈਨਾ ਔਰ ਅਮਰੀਕਾ ਔਰ ਚਾਈਨਾ ਐਡੇ ਵੱਡੇ ਦੁਸ਼ਮਣ ਨਹੀਂ ਹੈਗੇ ਜਿੰਨੇ ਸੁੰਨੀ ਔਰ ਸ਼ੀਆ ਇੱਕ ਦੂਜੇ ਦੇ ਦੁਸ਼ਮਣ ਨੇ। ਬਿਲਕੁਲ ਜਿਹੜੇ ਸੁੰਨੀ ਨੇ ਉਹ ਕਹਿੰਦੇ ਨੇ ਇਹ ਮੁਸਲਮਾਨ ਨਹੀਂ ਹੈਗੇ ਹਾਂਜੀ, ਇਹਨਾਂ ਨੂੰ ਖਤਮ ਕੀਤਾ ਜਾਏ। ਔਰ ਇਹੋ ਹੀ ਹਾਲਾਤ ਪਾਕਿਸਤਾਨ ਦੇ ਵਿੱਚ ਹੁਣ ਤੱਕ ਜਿਹੜੇ ਸ਼ੀਆ ਨੇ ਉਹਨਾਂ ਦੇ ਉੱਪਰ ਬੜੇ ਜ਼ੁਲਮ ਹੋ ਰਹੇ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਉੱਥੇ ਹਮਲੇ ਹੁੰਦੇ ਨੇ, ਔਰ ਉਹ ਸੁੰਨੀਆਂ ਵੱਲੋਂ ਹੀ ਹੁੰਦੇ ਨੇ, ਕਿਸੇ ਹੋਰ ਵੱਲੋਂ ਥੋੜਾ ਹੁੰਦੇ ਨੇ। ਡਾਕਟਰ ਸਾਹਿਬ, ਮੈਂ ਤਾਂ ਖੁਦ ਹੈਰਾਨ ਹੋਇਆ। ਉਸ ਤਰ੍ਹਾਂ ਪਾਕਿਸਤਾਨ 'ਚ ਕਈ ਵਾਰ ਜਾਣ ਦਾ ਮੌਕਾ ਮਿਲਿਆ। ਜਦੋਂ ਇਸ ਵਾਰ ਗਏ ਨਾ ਜੀ ਅਸੀਂ, ਸਾਨੂੰ ਜਿਹੜੇ ਸਾਨੂੰ ਧਿਆਨ ਰੱਖ ਰਹੇ ਸੀ, ਜਿਹੜੇ ਦੋਸਤਾਂ ਨੇ ਸਾਨੂੰ ਲੈ ਕੇ ਗਏ ਸੀਗੇ, ਉਹਨਾਂ ਨੇ ਕਿਹਾ ਕਿ ਇੱਕ ਜਗ੍ਹਾ ਹੈ, ਉਸ ਜਦੋਂ ਸਿੱਖ ਜਾਂਦੇ ਆ ਨਾ ਜੀ ਪਾਕਿਸਤਾਨ 'ਚ, ਚਾਹੇ ਉਹ ਧਾਰਮਿਕ ਯਾਤਰਾ ਤੇ ਨਾ ਵੀ ਹੋਣ, ਤੇ ਉੱਥੇ ਦੇ ਲੋਕਾਂ 'ਚ ਇਹ ਪ੍ਰਭਾਵ ਹੈ ਕਿ ਜਿਹੜਾ ਸਿੱਖਾਂ ਦਾ ਰਿਸ਼ਤਾ ਸਿਰਫ ਗੁਰਦੁਆਰਿਆਂ ਨਾਲ ਹੀ ਆ, ਹੋਰ ਕੋਈ ਚੀਜ਼ ਜਿਹੜੀ ਆ ਉਹ ਲੋਕੀ ਘੱਟ ਇੰਟਰਸਟ ਰੱਖਦੇ, ਗੁਰਦੁਆਰਿਆਂ ਤੱਕ ਸੀਮਿਤ ਹੁੰਦੇ ਆ। ਉਹ ਸਾਨੂੰ ਵੀ ਕਿਹਾ ਗਿਆ ਕਿ ਬੇਬੇ ਨਾਨਕੀ ਦਾ ਜਨਮ ਸਥਾਨ ਹੈ ਜੀ, ਇੱਥੇ ਜਾਣਾ ਹੈ। ਤੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਦੇ ਬਿਲਕੁਲ ਸਾਹਮਣੇ ਇੱਕ ਮਸਜਿਦ ਆ, ਤੇ ਉਹ ਕਹਿੰਦੇ ਜੀ ਇੱਥੇ ਵਹਾਬੀਆਂ ਦੀ ਚੱਲ ਰਹੀ ਹੈ ਨਮਾਜ਼, ਇਸ ਤੋਂ ਬਾਅਦ ਦੂਜਿਆਂ ਦੀ ਨਮਾਜ਼ ਚੱਲਣੀ ਹੈ, ਫਿਰ ਆਪਾਂ ਅੰਦਰ ਜਾ ਸਕਾਂਗੇ ਇੱਧਰੋਂ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਨਮਾਜ਼ ਕਿਉਂ ਨਹੀਂ ਇਕੱਠੀ ਹੁੰਦੀ? ਤੇ ਉਹਨਾਂ ਮੈਨੂੰ ਦੋਸਤਾਂ ਨੇ, ਮਤਲਬ ਮੁਸਲਮਾਨਾਂ 'ਚ ਵੀ ਆ, ਉਹ ਕਹਿੰਦੇ ਜੀ ਉਹਨਾਂ ਦਾ ਸਟਾਈਲ ਹੋ ਰਿਹਾ, ਉਹ ਦੋਨੇ ਹੱਥ ਖੜੇ ਕਰਦੇ ਆ ਹਰ ਵਾਰੀ ਝੁਕਣ ਤੋਂ ਬਾਅਦ, ਕਿ ਕਿਤੇ ਆਪਣੀਆਂ ਜਿਹੜੀਆਂ ਬਗਲ ਆ, ਕੱਛ ਆ, ਉਹਦੇ ਵਿੱਚ ਮੂਰਤੀਆਂ ਤਾਂ ਨਹੀਂ ਛਪਾਈਆਂ, ਉਹ ਡਿੱਗ ਪੈਣ ਥੱਲੇ ਜਾਂਦੀਆਂ। ਮੈਨੂੰ ਬੜਾ ਹਾਸੋਣਾ ਤਰਕ ਲੱਗਿਆ ਕਿ ਇੱਕ ਹੀ ਧਰਮ ਹੈ ਤੇ ਉਹਦੀ ਚਲੋ ਪਰੰਪਰਾ ਮਾੜੀ ਮੋਟੀ ਦਾ ਫਰਕ ਹੋ ਸਕਦਾ, ਇੰਨਾ ਵੱਖਰੇਵਾ ਕਿ ਮਤਲਬ ਜਿਹੜਾ ਉਹ ਆਪਣੀ ਦੁਆ ਅਰਦਾਸ ਕਰਨ ਦਾ ਤਰੀਕਾਕਾਰ ਆ, ਉਹਦੇ ਵਿੱਚ ਵੀ ਸਹਿਮਤੀ ਨਹੀਂ ਆਪਸ 'ਚ। ਹਾਂ, ਨੈਚੁਰਲੀ ਉਹ ਹਰ ਧਰਮ ਦੇ ਵਿੱਚ ਹੀ ਹੈ ਹਾਂਜੀ। ਇਹਦੇ ਸਿਰਫ ਓਨਲੀ ਮੁਸਲਿਮ ਧਰਮ ਦੇ ਨਹੀਂ, ਦੁਨੀਆ ਦਾ ਕੋਈ ਐਸਾ ਧਰਮ ਨਹੀਂ ਹੈਗਾ ਜਿਹਦੇ ਵਿੱਚ ਸੈਕਟ ਨਹੀਂ ਬਣੇ ਹੋਏ। ਕ੍ਰਿਸਚੈਨਿਟੀ ਦੇ ਵਿੱਚ ਹਜ਼ਾਰਾਂ ਸੈਕਟ ਬਣੇ ਹੋਏ ਨੇ, ਹਜ਼ਾਰਾਂ ਹਾਂਜੀ। ਕ੍ਰਿਸਚੈਨਿਟੀ ਇੱਕ ਸ਼ੁਰੂ ਹੋਈ ਸੀਗੀ, ਲੇਕਿਨ ਹਜ਼ਾਰਾਂ ਸੈਕਟ ਅੱਗੋਂ ਬਣ ਗਏ। ਸਭ ਤੋਂ ਪਹਿਲਾਂ ਤੇ ਹੈਨਰੀ 8 ਨੇ ਹੀ ਤੋੜ ਦਿੱਤਾ ਰੋਮਨ ਕੈਥੋਲਿਜ਼ਮ ਨੂੰ, ਔਰ ਉਹਨੇ ਆਪਣਾ ਉੱਥੇ ਹੈੱਡ ਬਣਾ ਲਿਆ ਆਪਣੇ ਆਪ ਨੂੰ, ਚਰਚ ਆਫ ਇੰਗਲੈਂਡ ਦਾ। ਸੋ ਇਹ ਬੇਸਿਕਲੀ ਜਿਹੜੀਆਂ ਚੀਜ਼ਾਂ ਨੇ ਇਹ ਹਿਸਟੋਰੀਕਲ ਫੈਕਟਸ ਹੈਗੇ ਨੇ, ਔਰ ਇਨਸਾਨ ਦੀ ਫਿਤਰਤ ਹੈ ਕਿ ਉਹ ਕਦੇ ਵੀ ਇੱਕ ਤਰੀਕੇ ਨਾਲ ਹੀ ਰਹਿ ਸਕਦਾ, ਉਹ ਡਿਫਰੈਂਟ। ਤੁਸੀਂ ਇਹ ਛੱਡੋ ਕਿ ਜਿਹੜੇ ਇਮਾਮ ਨੇ ਜੀ, ਉਹਨਾਂ ਨੇ ਮਸਜਿਦਾਂ ਕਿੱਦਾਂ ਵੰਡੀਆਂ ਹੋਈਆਂ ਨੇ ਦੁਨੀਆ 'ਚ ਕਿਤੇ ਵੀ, ਭਾਵੇਂ ਹਿੰਦੁਸਤਾਨ ਹੋਵੇ, ਭਾਵੇਂ ਪਾਕਿਸਤਾਨ ਹੋਵੇ, ਭਾਵੇਂ ਕਿਤੇ, ਉਹ ਕਹਿੰਦਾ ਆਈ ਐਮ ਦਾ ਬੈਸਟ, ਦੂਸਰਾ ਕਹਿੰਦਾ ਨੋ ਆਈ ਐਮ ਦਾ ਬੈਸਟ, ਮੇਰਾ ਤਰੀਕਾ ਜਿਹੜਾ ਲੋਕਾਂ ਨੂੰ ਸਿਖਾਉਣ ਦਾ ਉਹ ਸਭ ਤੋਂ ਵਧੀਆ। ਸੋ ਇਹ ਹਰ ਧਰਮ 'ਚ ਹੈ, ਹਿੰਦੂਇਜ਼ਮ ਦੇ ਵਿੱਚ ਵੀ ਹੈ, ਈਵਨ ਇਨ ਸਿੱਖਇਜ਼ਮ, ਜਿਹੜਾ ਕਿ ਬੜਾ ਇੱਕ ਮੈਂ ਤਾਂ ਸਮਝਦਾ ਕਿ ਗੁਰੂ ਨਾਨਕ ਜੀ ਨੇ ਇੱਕ ਬੜੀ ਫਿਲਾਸਫੀ, ਐਡਵਾਂਸ ਫਿਲਾਸਫੀ ਲੈ ਕੇ ਆਏ ਸੀਗੇ, ਲੇਕਿਨ ਉਸ ਫਿਲਾਸਫੀ ਦਾ ਸਤਿਆਨਾਸ਼ ਕਰ ਦਿੱਤਾ ਕਿਤੇ ਨਾ ਕਿਤੇ ਜਾ ਕੇ, ਆਪਸ ਦੇ ਵਿੱਚ ਲੜਾਈਆਂ ਨੇ। ਸੋ ਇਹ ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਅੰਡਰਸਟੈਂਡ ਕਰੀਏ ਕਿ ਇਹ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਬਕਾਇਦਾ ਧਰਮ ਦੇ ਨਾਲ ਹੀ ਰੱਖੀਏ, ਜਿਹੜਾ ਕਿ ਇੰਡੀਵਿਜੂਅਲ ਹੋਣਾ ਚਾਹੀਦਾ। ਪਹਿਲਾਂ ਧਰਮ ਸੋਸਾਇਟੀ ਦਾ ਨਹੀਂ ਹੋਣਾ ਚਾਹੀਦਾ, ਧਰਮ ਇੰਡੀਵਿਜੂਅਲ ਹੋਣਾ ਚਾਹੀਦਾ।
ਥੋੜੀ ਜਿਹੀ ਡਾਕਟਰ ਸਾਹਿਬ 올림픽 ਦੀ ਗੱਲ ਕਰ ਲਈਏ, ਫਿਰ ਭਾਰਤ ਦੀ ਵੀ ਕੋਈ ਗੱਲ ਤੁਹਾਡੇ ਕੋਲ ਪੁੱਛ ਲੈਂਦੇ ਆ। 올림픽 ਦੇ ਵਿੱਚ ਬੜੀਆਂ ਉਮੀਦਾਂ ਵੱਜੀਆਂ ਸੀਗੀਆਂ, ਭਾਰਤੀ ਐਰਕੀ ਕਹਿੰਦੇ ਸਭ ਤੋਂ ਵੱਡਾ ਦਲ ਗਿਆ, ਔਰ ਬੀਜੇਪੀ ਕਲੇਮ ਵੀ ਕਰ ਰਹੀ ਹੈ ਕਿ ਸਪੋਰਟਸ ਦੇ ਉੱਤੇ ਇਨਵੈਸਟ ਜ਼ਿਆਦਾ ਕੀਤਾ ਆ, ਜਿਹੜਾ ਪਿਛਲੇ ਉਹ ਤਾਂ ਹਰ ਗੱਲ ਨੂੰ ਕਹਿੰਦੇ ਜਿਹੜਾ 70 ਸਾਲ 'ਚ ਨਹੀਂ ਹੋਇਆ ਉਹ ਅਸੀਂ ਕਰਕੇ ਦਿਖਾਤਾ, ਸਭ ਤੋਂ ਵੱਡਾ ਦਲ ਅਸੀਂ ਭੇਜਿਆ ਤੇ ਸਭ ਤੋਂ ਵੱਧ ਅਸੀਂ ਐਰਕੀ ਜਿਹੜੇ ਆ ਉਹ ਤਗਮੇ ਜਿੱਤ ਕੇ ਲਿਆਉਣੇ ਆ। ਹਾਕੀ ਤੋਂ ਬੜੀਆਂ ਉਮੀਦਾਂ ਵੱਜੀਆਂ ਸੀ, ਪੁਰਸ਼ਾਂ ਦੀ ਹਾਕੀ ਤੋਂ ਲੋਕੀ ਆਪਾਂ ਜਜ਼ਬਾਤੀ ਵੀ ਬੜੇ ਹੋ ਜਾਂਦੇ ਆ, 2 ਮੈਚ ਹੇਠ ਤੇ ਜਿੱਤ ਲਏ ਤੇ ਅਸੀਂ ਕਿਹਾ ਗੋਲਡ ਸਾਡਾ ਹੀ ਆ, ਪਰ ਕੱਲ ਉਹ ਬੈਲਜੀਅਮ ਤੋਂ ਹਾਰ ਗਏ। ਹਾਲਾਂ ਬੜੀ ਫਾਈਟ ਕੀਤਾ ਮੁੰਡਿਆਂ ਨੇ, ਵਧੀਆ ਖੇਡੇ, ਪਰ ਇਹਦੇ ਬਾਵਜੂਦ ਵੀ ਜਿਹੜੀ ਆ ਉਹ ਜਿੱਤ ਨਹੀਂ ਮਿਲ ਸਕੀ ਤੇ ਬਾਹਰ ਹੋਣਾ ਪੈ ਗਿਆ। ਹੁਣ ਅਗਲੀ ਮੈਚ ਜਿਹੜਾ ਹੋਏਗਾ। ਤੁਸੀਂ ਵੀ ਉਹੀ ਬੜੀ ਸੈਂਟੀਮੈਂਟਲ ਗੱਲ ਕਰ ਦਿੱਤੀ, ਤੁਸੀਂ ਬਹੁਤ ਸੈਂਟੀਮੈਂਟਲ ਹੋ ਗਏ ਹੋ। 5-2 ਕਿਹੜੀ ਵਧੀਆ ਫਾਈਟ ਹੈ। ਨਹੀਂ ਨਹੀਂ, ਜੇ ਗੇਮ ਦੇ ਤੁਸੀਂ ਰੂਲ ਜਾਣਦੇ ਹੀ ਹੋ, ਜਿਸ ਤਰੀਕੇ ਨਾਲ ਕੋਈ ਫੀਲਡ ਗੋਲ ਦੇ ਉਹਨਾਂ ਕੋਲ ਇੱਕ ਵੀ ਨਹੀਂ ਹੋਇਆ ਸਰ, ਕਿਉਂਕਿ ਉਹ ਸਾਰੇ ਟੈਕਨੀਕ ਜਿਹੜੀ ਆ ਪੈਨਲਟੀ ਕਾਰਨਰ। ਹਾਂਜੀ, ਉਹਨਾਂ ਨੇ ਪੈਨਲਟੀਜ਼ ਇਹਨਾਂ ਤੋਂ ਲਈਆਂ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਸੀਗਾ। ਉਹ ਇੰਡੀਆ ਦੀ ਸਾਈਡ ਵੱਲ ਜ਼ਿਆਦਾ ਰਹੇ ਔਰ ਹਿੰਦੁਸਤਾਨੀਆਂ ਨੇ ਪੈਨਲਟੀਆਂ ਦਿੱਤੀਆਂ। ਸੋ ਦੈਟ ਇਜ਼ ਨਾਟ ਕਿ ਉਹ ਬੜਾ ਅੱਛਾ ਖੇਲੇ ਨੇ, ਉਹ ਕੋਈ ਇੰਨਾ ਅੱਛਾ ਨਹੀਂ ਖੇਲੇ। ਉਹਨਾਂ ਨੇ ਸਿਰਫ 2 ਨੈਚੁਰਲੀ ਹਾਰੇ ਤਾਂ ਹੀ, ਜੈਸਾ ਨਹੀਂ ਖੇਲੇ ਤਾਂ ਹਾਰੇ ਵੀ ਤਾਂ ਹੀ ਨਾ ਜੀ। ਪਰ ਫਿਰ ਵੀ ਮੈਂ ਕਹਿੰਦਾ ਫਾਈਟ ਜਿਹੜੀ ਕੀਤੀ ਨਾ ਜੀ, ਕਿਸੇ ਨਾ ਕਿਤੇ ਇਦਾਂ ਵੀ ਨਹੀਂ ਹੋਇਆ ਜਿਵੇਂ ਆਸਟ੍ਰੇਲੀਆ ਵਾਲੇ ਮੈਚ 'ਚ ਹੋਇਆ ਸੀਗਾ ਕਿ ਉਹ ਕਹਿੰਦੇ ਖੇਲਣਾ ਹੀ ਭੁੱਲ ਗਏ ਸੀ, ਉਦੋਂ ਪਤਾ ਹੀ ਨਹੀਂ ਲੱਗਦਾ ਬਾਲ ਕਿੱਥੇ ਆ ਤੇ ਖਿਲਾੜੀ ਕਿੱਥੇ ਆ, ਉਸ ਤਰ੍ਹਾਂ ਦੀ। ਦੇਖੋ, ਇਹ ਵੀ ਖੇਲਣਾ ਨਹੀਂ ਭੁੱਲਣਾ ਹੁੰਦਾ ਕਿ ਤੁਸੀਂ ਆਪਣੇ ਤੁਹਾਡਾ 70% ਉਹ ਹਿੰਦੁਸਤਾਨ ਦੇ ਉੱਪਰ ਉਹਨਾਂ ਨੇ ਅਟੈਕ ਰੱਖਿਆ ਔਰ ਇਸ ਕਰਕੇ ਉਹਨਾਂ ਨੂੰ ਉਹ ਸਾਰੇ ਕਾਰਨਰ ਮਿਲੇ। ਅੱਛਾ, 5 ਚੋਂ 4 ਉਹਨਾਂ ਨੇ ਕਾਰਨਰ ਦੇ ਗੋਲ ਕੀਤੇ। ਹਾਂਜੀ, ਇੱਕ ਜਿਹੜਾ ਉਹ ਫੀਲਡ ਦਾ ਗੋਲ ਕੀਤਾ। ਇਹਨਾਂ ਮੁੰਡਿਆਂ ਨੇ ਇੱਕ 7ਵੇਂ ਮਿੰਟ 'ਚ ਗੋਲ ਕੀਤਾ, ਇੱਕ 8ਵੇਂ ਮਿੰਟ 'ਚ ਗੋਲ ਕੀਤਾ। ਉਹਦੇ ਬਾਅਦ ਇਹ ਉਸ ਪਾਸੇ ਜਾ ਹੀ ਨਹੀਂ, ਉਹਨਾਂ ਨੇ ਆਉਣ ਹੀ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਦਬਾ ਕੇ ਰੱਖਿਆ ਬੈਲਜੀਅਮ ਨੇ। ਹੁਣ ਦੇਖੋ, ਹੁਣ ਕੱਲ੍ਹ ਨੂੰ ਜਿਹੜਾ ਮੈਚ ਹੋਣਾ ਆਸਟ੍ਰੇਲੀਆ ਔਰ ਦੂਜਾ ਜਰਮਨੀ ਦੇ ਵਿੱਚ, ਉਹ ਜਿਹੜਾ ਮਰਜ਼ੀ ਜਿੱਤ ਕੇ ਆ ਜਾਏ, ਹਾਂਜੀ, ਉਹ 'ਚੋਂ ਜਿਹੜਾ ਹਾਰੇਗਾ ਬ੍ਰੌਂਜ਼ ਮੈਡਲ ਵੀ ਨਹੀਂ ਮਿਲਣਾ ਕਿਉਂਕਿ ਉਹ ਦੋਨੋਂ ਟੀਮਾਂ ਬਹੁਤ ਸਟਰੋਂਗ ਨੇ। ਬਿਲਕੁਲ, ਜਰਮਨੀ ਟੀਮ ਵੀ ਕਾਫੀ ਸਟਰੋਂਗ ਹੈ ਤੇ ਆਸਟ੍ਰੇਲੀਆ ਨਾਲ ਤਾਂ ਆਪਾਂ ਦੇਖ ਹੀ ਚੁੱਕੇ ਅੱਗੇ ਜੀ, ਤੇ ਦੋਨਾਂ ਚੋਂ ਇੱਕ ਅਰਜੀਤ ਜੀ, ਪਲੇਅਰਸ ਦੀ ਸਟੈਮਿਨਾ ਔਰ ਪਲੇਅਰਸ ਨੂੰ ਬਕਾਇਦਾ ਟ੍ਰੇਨ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਬਿਲਕੁਲ ਇਹ ਤਾਂ ਹੈ ਜੀ। ਪਰ ਡਾਕਟਰ ਸਾਹਿਬ ਹੁਣ ਟੈਕਨੀਕ ਬਹੁਤ ਹੋ ਗਈਆਂ ਜੀ ਇਹਨਾਂ ਗੇਮ ਦੇ ਵਿੱਚ, ਜਿੱਥੇ ਗੇਮ ਫਾਸਟ ਨੇ ਉੱਥੇ ਟੈਕਨੀਕ ਬਹੁਤ ਹੈ ਤੇ ਔਰ ਮਾਈਂਡ ਗੇਮ ਹੋ ਗਈਆਂ ਨੇ ਬਹੁਤੀ ਖੇਡਣ ਦੀਆਂ। ਨਾਲ ਦੀ ਨਾਲ ਜੇ ਤੁਹਾਡਾ ਮਾਈਂਡ ਸੈੱਟ ਨਹੀਂ ਹੈ, ਤੁਸੀਂ ਇਕੱਲੇ ਜੋਸ਼ ਨਾਲ ਖੇਡਦੇ ਹੋ, ਜੇ ਗੁੱਸੇ ਨਾਲ ਹਾਕੀ ਦੇ ਸਟੋਕਾਂ ਮਾਰੀ ਜਾਂਦੇ ਤੇ ਉਹ ਗੱਲ ਨਹੀਂ ਬਣਦੀ ਪਿੱਛੇ ਵਾਲੀ। ਹੁਣ ਤੇ ਬਹੁਤ ਟੈਕਨੀਕ ਐਡਵਾਂਸ ਹੋ ਗਈਆਂ ਔਰ ਕਈ ਤਾਂ ਇਹ ਵੀ ਕਹਿੰਦੇ ਆ, ਪਿਛਲੇ ਦਿਨੀ ਕਾਹਲੋਂ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਤੇ ਉਹ ਕਹਿੰਦੇ ਸੀ ਕਿ ਜਿਹੜੇ ਕੰਟਰੀ ਜਿੱਦਾਂ ਹੁਣ ਕ੍ਰਿਕਟ ਹੈ, ਕ੍ਰਿਕਟ ਦੇ ਵਿੱਚ ਕਿਉਂਕਿ ਸਾਰਾ ਬਾਜ਼ਾਰ ਭਾਰਤ ਦੇ ਕੋਲ ਹੈ ਕ੍ਰਿਕਟ ਦਾ, ਤੇ ਕ੍ਰਿਕਟ ਆਪਣੇ ਹਿਸਾਬ ਨਾਲ ਉਹ ਰੂਲ ਅਮੈਂਡਮੈਂਟ ਕਰਵਾ ਰਹੇ ਨੇ ਦੁਨੀਆ ਭਰ 'ਚ। ਇਸੇ ਤਰ੍ਹਾਂ ਹੀ ਯੂਰਪ ਵਾਲਿਆਂ ਨੇ ਹਾਕੀ ਦੀ ਟੈਕਨੀਕ ਜਿਹੜੀ ਸੀ, ਸਾਡੀ ਜਿਹੜੀ ਏਸ਼ੀਅਨ ਸਟਾਈਲ ਹਾਕੀ ਸੀ, ਉਹ ਲਗਭਗ ਜਿਹੜੇ ਮੇਨ ਕੰਪੀਟੀਸ਼ਨ ਉਹ 'ਚੋਂ ਬਦਲਤੀ। ਉਹਦੇ ਵਿੱਚ ਕਲਾ ਘਟ ਗਈ ਹਾਕੀ 'ਚ ਤੇ ਹੁਣ ਕੁਝ ਹੋਰ ਪਾਰਟ ਆ ਗਏ ਨੇ। ਨਹੀਂ, ਚਲੋ ਇਹ ਤਾਂ ਤੁਹਾਡਾ ਆਪਣਾ ਖਿਆਲ ਹੈ ਨਾ ਵੀ ਉਹ ਕਲਾ ਸੀਗੀ। ਹਾਂਜੀ, ਇੱਕ ਸ਼ਾਟ ਮਾਰਿਆ ਦੂਰ ਲੰਬਾ ਔਰ ਉਹ ਉੱਥੇ ਪਲੇਅਰ ਜਿਹੜਾ ਰਾਈਟ ਸਾਈਡ ਵਾਲਾ ਜਾਂ ਲੈਫਟ ਸਾਈਡ ਵਾਲਾ ਉਹ ਬਾਲ ਨੂੰ ਲੈ ਕੇ ਅੱਗੇ ਦੌੜ ਰਿਹਾ। ਦੇਖੋ, ਮੈਂ ਮੈਚ ਦੇਖੇ ਨੇ ਓਕੇ ਹਾਕੀ ਦੇ, ਇੱਥੋਂ ਜਿਹੜੇ ਟੋਕੀਓ 'ਚ ਹੋਏ ਨੇ। ਉਹ ਹੁਣ ਜਿਹੜਾ ਤਰੀਕਾ ਆ ਗਿਆ ਉਹ ਹੈ ਪਾਸ ਦਾ, ਔਰ ਪਾਸ ਵੀ ਜ਼ਮੀਨ ਨਹੀਂ ਪਾਸ। ਹਾਂਜੀ, ਇਹ ਬੜੀ ਵੱਡੀ ਗੱਲ ਆ। ਇਹ ਜਿਹੜੀ ਟੈਕਨੀਕ ਹੈ ਦੁਨੀਆ ਦੇ ਵਿੱਚ ਬਦਲਦੀਆਂ ਰਹਿੰਦੀਆਂ ਨੇ। ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਦੀ ਕੋਈ ਫਾਸਟ ਬਾਲਰ ਆਉਂਦਾ ਸੀਗਾ। ਅੱਛਾ, ਹੁਣ ਉਹਨਾਂ ਕੋਲ ਦੁਨੀਆ ਦੇ ਮਤਲਬ ਮੁਕਾਬਲੇ ਦੇ 6 8 ਫਾਸਟ ਬਾਲਰ ਨੇ। ਸੋ ਟੈਕਨੀਕ ਜਿਹੜੀ ਆ ਉਹ ਬਦਲਦੀ ਰਹਿੰਦੀ ਹੈ, ਲੋਕ ਵੀ ਬਦਲਦੇ ਰਹਿੰਦੇ ਨੇ ਔਰ ਇਸ ਤਰੀਕੇ ਦੇ ਨਾਲ ਡਿਫਰੈਂਟ ਕਿਸਮ ਦਾ ਜਿਹੜਾ ਸਿਸਟਮ ਉਹ ਚੱਲਦਾ ਹੈ। ਬਾਕੀ ਤੁਸੀਂ ਇਹ ਕਿਹਾ ਕਿ ਹਿੰਦੁਸਤਾਨ ਨੇ ਆਪਣੇ ਤਰੀਕੇ ਨਾਲ ਬਦਲਵਾ ਲਿਆ, ਰੌਂਗ। ਹਿੰਦੁਸਤਾਨ ਨੇ ਬੜੀ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਇਹਨੂੰ ਕ੍ਰਿਕਟ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਜਾਈਏ। ਆਸਟ੍ਰੇਲੀਆ, ਇੰਗਲੈਂਡ, ਹਾਂਜੀ, ਉਹਦੇ ਬਗੈਰ ਤੇ ਕ੍ਰਿਕਟ ਦਾ ਮਤਲਬ ਹੀ ਕੋਈ ਨਹੀਂ। ਆਸਟ੍ਰੇਲੀਆ, ਇੰਗਲੈਂਡ, ਸਾਊਥ ਅਫਰੀਕਾ ਔਰ ਵੈਸਟ ਇੰਡੀਜ਼, ਉਹ 4 ਇਕੱਠੇ ਹੋ ਗਏ। ਹਾਂਜੀ, ਉਹਨਾਂ ਨੇ ਇਹਨਾਂ ਦਾ ਪ੍ਰੈਜ਼ੀਡੈਂਟ ਨਹੀਂ ਦੁਬਾਰਾ ਬਣਨ ਦਿੱਤਾ ਹੁਣ ਆਪਣੇ ਇੰਟਰਨੈਸ਼ਨਲ ਕ੍ਰਿਕਟ ਦਾ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਹਿੰਦੁਸਤਾਨ ਮਨਮਾਨੀ ਇਸ ਤਰ੍ਹਾਂ ਕਰ ਜਾਏਗਾ। ਵਰਲਡ ਜਿਹੜਾ ਦੇ ਆਰ ਵੈਰੀ ਇੰਟੈਲੀਜੈਂਟ ਪੀਪਲ, ਦੇ ਨੋ ਹਾਊ ਟੂ ਕੰਟਰੋਲ ਦੈਟ।
ਡਾਕਟਰ ਸਾਹਿਬ ਕੱਲ ਵੂਮਨ ਹਾਕੀ ਦਾ ਮੈਚ ਹੈ ਸਵੇਰੇ 7 ਵਜੇ ਇੱਥੋਂ ਦੇ ਟਾਈਮ ਨਾਲ ਇੰਡੀਆ ਦਾ ਫੇਅਰ, ਤੇ ਹੁਣ ਉਹਦੇ ਤੇ ਨਿਗਾਹਾਂ ਸਾਰਿਆਂ ਦੀਆਂ, ਕਹਿੰਦੇ ਆ ਕੁੜੀਆਂ ਸ਼ਾਇਦ ਕਮਾਲ ਕਰ ਦੇਣਗੀਆਂ, ਉਹ ਚਮਤਕਾਰ ਜਿਹੜਾ ਲੜਕੇ ਨਹੀਂ ਕਰ ਸਕੇ ਲੜਕੀਆਂ ਕਰ ਦੇਣਗੀਆਂ। ਕਰ ਸਕਦੀਆਂ ਨੇ। ਦੇਖੋ ਹਾਕੀ ਜਿਹੜੀ ਹੈ ਨਾ, ਲੜਕੀਆਂ ਦੇ ਵਿੱਚ ਜੋਸ਼ ਇਸ ਵੇਲੇ ਦੁੱਗਣਾ, ਮੁੰਡਿਆਂ ਦੇ ਵਿੱਚ ਜੋਸ਼ ਜਿਹੜਾ ਸੀਗਾ ਨਾ, ਉਹ ਤੁਹਾਡੀ ਗੱਲ ਠੀਕ ਹੈ, ਗੁੱਸੇ ਵਾਲਾ ਸ਼ਾਇਦ ਹੋਵੇ, ਜਿਸ ਕਰਕੇ ਉਹਨਾਂ ਨੇ ਇੰਨੀਆਂ ਪੈਨਲਟੀਜ਼ ਲਈਆਂ। ਲੜਕੀਆਂ ਜਿਹੜੀਆਂ ਨੇ they are capable, they are as good as men, so you never know what they can do। ਆਲਰੇਡੀ ਕਿਸੇ ਨੇ ਸੋਚਿਆ ਸੀਗਾ ਕਿ ਲੜਕੀਆਂ ਜਿਹੜੀਆਂ ਨੇ ਉਹ ਪਹੁੰਚਣਗੀਆਂ ਸੈਮੀਫਾਈਨਲ ਦੇ ਵਿੱਚ? no one thought about it। ਬਿਲਕੁਲ ਇੰਡੀਅਨ ਬॉयਜ਼ ਦੇ ਹਾਕੀ ਦੇ ਵਿੱਚ ਸੋਚਿਆ ਸੀ, ਲੇਕਿਨ ਉਹਦੇ ਬਾਰੇ ਸੋਚਿਆ ਕਿਸੇ ਨੇ? no, never। ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਵੀ ਆ ਕਿ ਜਿਹੜੇ ਕੁਝ ਐਥਲੀਟ ਆਪਣੀਆਂ ਕੁੜੀਆਂ, ਜਿੱਦਾਂ ਕਮਲਪ੍ਰੀਤ ਡਿਸਕਸ ਥਰੋ ਵਾਲੀ ਆ, ਉਹ ਵਿਚਾਰੀ ਦਾ ਬੜੀਆਂ ਉਮੀਦਾਂ ਸੀ, ਉਹ ਰਹਿ ਗਈ। ਕੁਝ ਹੋਰ ਪਲੇਅਰ ਜਿਹੜੇ ਇੰਡੀਵਿਜੂਅਲ ਗੇਮ ਨੇ ਉਹ 'ਚ ਆਪਣਾ ਬਹੁਤ ਘੱਟ ਧਿਆਨ ਹੁੰਦਾ, ਜਿਹੜੀਆਂ ਐਥਲੈਟਿਕਸ ਦੀਆਂ ਗੇਮ ਨੇ, ਤੇ ਕਈ ਵਾਰ ਤਾਂ ਇੱਕ ਇੱਕ ਖਿਲਾੜੀ ਕਈ ਮੁਲਕਾਂ ਦਾ 5-5 6-6 ਜਿਹੜੇ ਮੈਡਲ ਲੈ ਡਿੱਗਦਾ ਆ ਐਥਲੈਟਿਕ ਦੀਆਂ ਇਵੈਂਟ 'ਚੋਂ, ਤੇ ਸਾਡੇ ਖਿਲਾੜੀ ਜਿਹੜੇ ਆ ਉਹਨਾਂ ਦੀ ਜਾਂ ਵਿਚਾਰਿਆਂ ਦੀ ਟ੍ਰੇਨਿੰਗ ਉੱਦਾਂ ਦੀ ਆ, ਨਾ ਉੱਥੇ ਖੁਰਾਕ ਉੱਦਾਂ ਦੀ ਆ, ਨਾ ਸਰਕਾਰਾਂ ਧਿਆਨ ਦਿੰਦੀਆਂ, ਤੇ ਨਾ ਹੀ ਕੋਈ ਉੱਥੇ ਇਨਫਰਾਸਟ੍ਰਕਚਰ ਹੈ। ਹੁਣ ਜੇ ਹਾਕੀ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਯੂਰਪ 'ਚ ਕਹਿ ਰਹੇ ਆ ਕਿ ਹਰ 10 ਕਿਲੋਮੀਟਰ ਦੇ ਬਾਅਦ ਜਿਹੜੇ ਕੰਟਰੀ ਖੇਡਦੇ ਆ ਕੋਈ ਨਾ ਕੋਈ ਹਾਕੀ ਦੀ ਤੁਹਾਨੂੰ ਐਸਟਰੋਟਰਫ ਮਿਲ ਜਾਂਦੀ ਆ, ਤੇ ਭਾਰਤ ਵਿੱਚ ਪੰਜਾਬ 'ਚ ਵੇਖ ਲਈਏ ਮੇਰੇ ਖਿਆਲ ਇੱਕ ਅੰਮ੍ਰਿਤਸਰ ਯੂਨੀਵਰਸਿਟੀ 'ਚ ਆ, ਤੇ ਇੱਕ ਅੱਧੀ ਕਿਤੇ ਹੋਰ ਹੋਣੀ ਆ, ਮਤਲਬ ਐਸਟਰੋਟਰਫ ਹੈ ਹੀ ਨਹੀਂ, ਤੇ ਬੱਚੇ ਪ੍ਰੈਕਟਿਸ ਵੀ ਕਿੱਥੇ ਕਰਨ। ਦੇਖੋ ਬੇਸਿਕਲੀ ਹਰਜੀਤ ਜੀ, ਇਹ ਤੁਸੀਂ ਬੜੀ ਵਧੀਆ ਗੱਲ ਕੀਤੀ, ਲੇਕਿਨ ਮੈਂ ਐਟ ਦੀ ਸੇਮ ਟਾਈਮ ਇਹ ਮਹਿਸੂਸ ਕਰਦਾ ਕਿ ਜਿਹੜੇ ਪਲੇਅਰਸ ਨੇ ਨਾ, ਹਾਂਜੀ, ਉਹਨਾਂ ਦੇ ਵਿੱਚ ਆਪਣੀ ਵੀ ਕੋਈ ਇੱਕ ਬਹੁਤ ਵੱਡੀ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਪਲੇਅਰ ਬਣਨਾ। ਐਸੀ ਕੋਈ ਗੱਲ ਨਹੀਂ ਹੈਗੀ, ਜਿਨ੍ਹਾਂ 'ਚ ਇੱਛਾ ਹੁੰਦੀ ਹੈ ਉਹ ਬਣ ਜਾਂਦੇ ਨੇ ਕਿਤੇ ਨਾ ਕਿਤੇ। ਹੁਣ ਮੈਂ ਕੱਲ ਇੱਕ ਦੌੜ ਦੇਖਦਾ ਸੀ ਪਿਆ, ਜਿਹਦੇ 'ਚ ਮੇਰੇ ਖਿਆਲ 1500 ਮੀਟਰ ਦੀ ਦੌੜ ਸੀ, ਉਹ ਹਿੰਦੁਸਤਾਨੀ ਸਭ ਤੋਂ ਪਿੱਛੇ ਰਿਹਾ, ਸਭ ਤੋਂ ਲਾਸਟ। ਹਾਂਜੀ, ਅੱਛਾ, ਦੈਟਸ ਨੰਬਰ 1। ਨੰਬਰ 2, ਇੰਡੀਵਿਜੂਅਲ ਲੈਵਲ ਦੇ ਉੱਪਰ ਬਾਕਸਿੰਗ ਦੇ ਵਿੱਚ ਜਿਹੜੀਆਂ ਇਹਨਾਂ ਨੇ ਉਮੀਦਾਂ ਲਗਾਈਆਂ ਸੀ, ਹਿੰਦੁਸਤਾਨ ਦੀ ਸਭ ਤੋਂ ਵੱਡੀ ਕਮੀ ਹੈ ਕਿ ਇਹ ਪਲੇਅਰਸ ਨੂੰ ਬਸ ਕਹਿੰਦੇ ਨੇ ਵੀ ਤੂੰ ਤੇ ਲੈ ਕੇ ਹੀ ਆਉਣਾ ਮੈਡਲ, ਤੇਰਾ ਤੇ ਪੱਕਾ ਹੋ ਗਿਆ। ਉੱਥੇ ਜਿਹੜੇ ਕੋਚ ਨੇ ਦੂਜੇ ਨੇ, ਹੁਣ ਦੇਖੋ ਕਿ PV ਸਿੱਧੂ ਜਿਹੜੀ ਕਿ ਵਨ ਆਫ ਦਾ ਬੈਸਟ ਪਲੇਅਰਸ ਇਨ ਦਾ ਵਰਲਡ, ਹਾਲਾਂਕਿ ਉਹ 6ਵੇਂ ਨੰਬਰ ਤੇ ਹੈ, ਹੁਣ ਉਹਨੇ ਬ੍ਰੌਂਜ਼ ਜਿੱਤਿਆ। ਪਿਛਲੀ ਵਾਰੀ ਉਹਨੇ ਜਿੱਤਿਆ ਸੀਗਾ ਸਿਲਵਰ, ਐਤਕੀ ਉਹਨੇ ਜਿੱਤਿਆ ਬ੍ਰੌਂਜ਼। ਉਹ ਬ੍ਰੌਂਜ਼ ਜਿੱਤਣ ਨਾਲ ਹੀ ਉਹਨੂੰ ਹਿੰਦੁਸਤਾਨ ਦਾ ਸਭ ਤੋਂ ਬੈਸਟ ਖਿਲਾੜੀ ਕਹਿਣਾ ਸ਼ੁਰੂ ਕਰ ਦਿੱਤਾ। ਆਸਟ੍ਰੇਲੀਆ ਦੀ ਇੱਕ ਲੜਕੀ ਨੇ ਰਿਕਾਰਡ ਕਾਇਮ ਕੀਤਾ, ਉਹਨੇ 7 ਮੈਡਲ ਜਿੱਤੇ ਨੇ ਟੋਕੀਓ ਦੇ ਵਿੱਚ, 7 ਮੈਡਲ ਆਸਟ੍ਰੇਲੀਆ ਦੀ ਇੱਕ ਲੜਕੀ ਨੇ। ਹਾਂਜੀ, ਅੱਜ ਤੱਕ ਕਿਸੇ ਵੀ ਪਲੇਅਰ ਨੇ 7 ਮੈਡਲਸ ਇਨ 1 ਓਲੰਪਿਕ 'ਚ ਨਹੀਂ ਜਿੱਤੇ, ਐਂਡ ਸ਼ੀ ਵਨ ਇਟ। ਸੋ ਇਹ ਡਾਕਟਰ ਸਾਹਿਬ, ਪਰ ਸਾਡਾ ਸਿਸਟਮ ਹੋ ਰਿਹਾ ਨਾ, ਸਾਡੇ ਸਪੋਰਟਸ ਮਿਨਿਸਟਰ ਨੇ ਐਲਾਨ ਕਰ ਦਿੱਤਾ, ਹਾਕੀ ਦੀ ਚੜ੍ਹਤ ਮਾੜੀ ਜੀ ਦੇਖੀ ਵੀ ਸ਼ਾਇਦ ਅੱਗੇ ਚਲੇ ਜਾਣ ਕਿ ਨਾ ਜਾਣ, ਤੇ ਇੱਥੇ ਕਹਿਤਾ ਜੀ 2.25 ਕਰੋੜ ਰੁਪਈਆ ਹਰ ਇੱਕ ਪਲੇਅਰ ਨੂੰ ਹੀ ਦੇਵਾਂਗੇ ਜੇ ਉਹ ਮੈਡਲ ਜਿੱਤ ਕੇ ਆਉਂਦੇ ਆ ਤਾਂ। ਤੇ ਜੇ ਇਹੋ ਹੀ 2.25 ਕਰੋੜ ਇੱਕ ਪਲੇਅਰ ਨੂੰ ਦੇਣਾ, 14-15 ਪਲੇਅਰ ਜਿਹੜੇ ਐਕਸਟਰਾ ਪਾ ਕੇ ਖੇਡ ਰਹੇ ਹੁੰਦੇ ਆ, ਇੰਨੇ ਪੈਸੇ ਲਾ ਕੇ ਐਸਟਰੋਟਰਫ ਬਣਾਉਣੀਆਂ ਸ਼ੁਰੂ ਕਰ ਦੇਣ, ਚੰਗੇ ਕੋਚ ਰੱਖ ਲੈਣ, ਤੇ ਫਿਰ ਉਹ ਜ਼ਿਆਦਾ ਬਿਹਤਰ ਨਹੀਂ ਕਿ ਮਗਰੋਂ ਆ ਕੇ ਮਤਲਬ ਉਹ ਚਾਰਾਂ ਨੂੰ ਉੱਥੇ ਜਿੱਦਾਂ ਕਹਿੰਦੇ ਆ ਵੀ ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੂਗਾ, ਵੀ ਪਹਿਲਾਂ ਟ੍ਰੇਨਿੰਗ ਕੋਈ ਨਹੀਂ, ਉਹਨਾਂ ਦੀ ਖੁਰਾਕ ਕੋਈ ਨਹੀਂ, ਤੇ ਉਮੀਦ ਅਸੀਂ ਜਿਹੜੀ ਆ 골ਡ ਮੈਡਲ ਦੀ ਰੱਖ ਕੇ ਬੈਠੇ ਹੁੰਦੇ ਆ। ਜੀ ਤੁਸੀਂ ਬੋਲਦੇ ਰਹਿਣਾ। ਹਾਂਜੀ, ਉਹ ਕਿਸੇ ਵੀ ਪੋਲੀਟੀਸ਼ੀਅਨ ਦੇ, ਭਾਵੇਂ ਉਹ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ, ਉਹਨਾਂ ਦੇ ਰੂਣੀ ਕਹਿੰਦੇ ਨੇ ਆਪਣੇ ਜੂ ਨਹੀਂ ਉਹਨਾਂ ਦੇ ਸਿਰ ਵਿੱਚ ਰੇਂਗਦੀ, ਗੱਲ ਖਤਮ ਹੋ ਗਈ। ਜਿਹੜੇ ਪੋਲੀਟੀਸ਼ੀਅਨ ਨੇ ਉਹ ਫੈਡਰੇਸ਼ਨਾਂ ਦੇ ਪ੍ਰੈਜ਼ੀਡੈਂਟ ਬਣੇ ਹੋਏ ਨੇ ਹਰ ਜਗ੍ਹਾ ਤੇ, ਐਵਰੀਵੇਅਰ, ਜਾਂ IAS, ਹਾਂਜੀ, ਬਿਊਰੋਕਰੇਟ ਜਾਂ ਪੋਲੀਟੀਸ਼ੀਅਨ, they are the heads। So, what can we do unless and until politician, bureaucrats ਸਪੋਰਟਸ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ। ਔਰ ਸਪੋਰਟਸ ਜਿਹੜੀ ਆ ਉਹ ਮਤਲਬ ਸਿਰਫ ਸਪੋਰਟਸਮੈਨ ਰਨ ਕਰਨ ਜਿਹੜੇ ਰਹਿ ਚੁੱਕੇ ਹੋਏ ਨੇ। ਤੰਦੂਲਕਰ ਨੂੰ ਤੁਸੀਂ ਭਾਰਤ ਰਤਨ ਦੇ ਦਿੱਤਾ, ਲੇਕਿਨ ਤੰਦੂਲਕਰ ਦੀ ਕਿਤੇ ਸਹੀ ਹੈ ਨਹੀਂ ਕ੍ਰਿਕਟ ਦੇ ਵਿੱਚ। ਨਾਲ ਰਾਜਨੀਤੀਵਾਨ ਵੀ ਬਣਾਤਾ ਨਾ, ਜੇ MP ਬਣਾ ਕੇ ਭੇਜਤਾ, ਵਿਚਾਰਾ ਕਦੀ ਮੀਟਿੰਗ 'ਚ ਹੀ ਨਹੀਂ ਗਿਆ। ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਲੋਕਾਂ ਨਾਲ ਹੁੰਦਾ।
ਤੁਸੀਂ ਉਹਨਾਂ ਨੂੰ ਮਾਣ ਦੇਣਾ, ਸਨਮਾਨ ਦੇਣਾ ਤੇ ਉਹਨਾਂ ਨੂੰ ਉਹਨਾਂ ਅਦਾਰਿਆਂ ਦੇ ਮੁਖੀ ਬਣਾਓ ਜਿਹਦੇ ਵਿੱਚ ਉਹਨਾਂ ਦਾ ਕੋਈ ਐਕਸਪੀਰੀਅੰਸ ਹੈ। ਤੁਹਾਨੂੰ ਯਾਦ ਹੈ ਤੁਸੀਂ ਕੁਐਸਚਨ ਕੀਤਾ ਸੀਗਾ, ਇੱਕ ਵਾਰੀ ਪ੍ਰਗਟ ਸਿੰਘ ਆਏ ਸੀ ਜਦੋਂ ਅਕਾਲੀ ਹੁੰਦੇ ਸੀਗੇ, ਤੇ ਆਪਾਂ ਇੱਕ ਉੱਥੇ ਰੈਸਟੋਰੈਂਟ 'ਚ ਉਹਨਾਂ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ, ਕਾਫੀ ਸਾਲ ਪੁਰਾਣੀ ਗੱਲ ਹੋ ਗਈ। ਉਹ ਆਏ ਸੀ ਇੱਥੇ ਕਬੱਡੀ ਨੂੰ ਪ੍ਰਮੋਟ ਕਰਨ, ਉਹ ਸਾਰੇ ਜਣੇ ਉਹਨਾਂ ਨੂੰ ਬਸ ਕਰੀ ਜਾ ਰਹੇ ਸੀ, ਬਹੁਤ ਅੱਛਾ ਬਹੁਤ ਅੱਛਾ। ਮੈਨੂੰ ਯਾਦ ਹੈ ਤੁਸੀਂ ਕਿਹਾ ਸੀਗਾ ਕਿ ਤੁਹਾਡੀ ਜਿਹੜੀ ਆ ਐਕਸਪਰਟੀ ਉਹ ਹੈਗੀ ਹਾਕੀ, ਤੁਸੀਂ ਹਾਕੀ ਲਈ ਕੰਮ ਕਰਦੇ ਹੁੰਦੇ ਤੇ ਸਾਨੂੰ ਖੁਸ਼ੀ ਹੁੰਦੀ, ਤੁਸੀਂ ਕਬੱਡੀ ਨੂੰ ਪ੍ਰਮੋਟ ਕਰਨ ਆਏ ਹੋ, ਇਹ ਕੀ ਨਵੀਂ ਗੱਲ ਹੈ। ਤੇ ਉਹ ਵਿਚਾਰੇ ਕੋਲ ਜਵਾਬ ਹੈ ਨਹੀਂ ਸੀ, ਵੈਸੇ ਉਹ ਇਮਾਨਦਾਰ ਥੋੜਾ ਜਿਹਾ ਸਪੋਰਟਸਮੈਨ ਚੰਗਾ ਬੰਦਾ। ਮੈਨੂੰ ਯਾਦ ਹੈ ਕਿ ਕੁਐਸਚਨ ਤੁਸੀਂ ਕੀਤਾ ਸੀਗਾ, ਆਪਾਂ ਸਾਰੇ ਇਕੱਠੇ ਸੀ ਉੱਥੇ ਜੀ ਲੰਚ ਤੇ। ਨਹੀਂ, ਬੇਸਿਕਲੀ ਜਦੋਂ ਕਿਸੇ ਬੰਦੇ ਨੇ ਪੈਸੇ ਦੇ, ਐਸੋਸੀਏਸ਼ਨ ਪੈਸੇ ਦੇ ਦਿੰਦੀ ਆ, ਜਾਂ ਵੀ ਬਿਜ਼ਨਸ ਕਲਾਸ ਦੇ ਵਿੱਚ ਘੁੰਮਿਆ, ਸੈਰ ਕਰਿਆ, ਆਲਾ ਨਾਲ $5 ਉੱਥੇ ਖਾ ਪੀ ਲਈ, ਖਰੀਦੋ ਫਰੋਖਤ ਕਰ ਲਈ, ਤੇ ਫਿਰ ਨੈਚੁਰਲੀ ਉਹਦੇ ਹੀ ਉਹਨਾਂ ਨੇ ਗੁਣ ਗਾਣੇ ਨੇ, ਹੋਰ ਕਿਸੇ ਦੇ ਥੋੜਾ ਗੁਣ ਗਾਣੇ ਨੇ। ਨਹੀਂ ਡਾਕਟਰ ਸਾਹਿਬ, ਇਹ ਗੱਲ ਤੇ ਇੰਟਰਸਟ ਦੀ ਜਾਂ ਜਿਹੜਾ ਬੰਦਾ ਕਿਸੇ ਚੀਜ਼ 'ਚ ਐਕਸਪਰਟ, ਮੈਨੂੰ ਯਾਦ ਹੈ ਜਦੋਂ ਡਾਇਰੈਕਟਰ ਸਪੋਰਟਸ ਹੁੰਦੇ ਸੀਗੇ ਕਰਤਾਰ ਭਲਵਾਨ ਨਹੀਂ, ਬੜੇ ਚੰਗੇ ਬੀਬੇ ਬੰਦੇ ਆ, ਤੇ ਉਹ ਸਭ ਨੂੰ ਬੜੇ ਮਤਲਬ ਡਾਊਨ ਟੂ ਅਰਥ ਨੇ, ਹਰ ਇੱਕ ਨੂੰ ਮਿਲਦੇ ਆ। ਮੈਂ ਉਹਨਾਂ ਨੂੰ ਮਿਲਣ ਗਿਆ ਸੀਗਾ ਆਪਣੇ ਪਿੰਡ ਵਾਸਤੇ ਸਪੋਰਟਸ ਦਾ ਕੁਝ, ਕਿਉਂਕਿ ਸਾਡੇ ਪਿੰਡ ਦੇ ਵਿੱਚ ਵਾਲੀਬਾਲ ਦਾ ਬਹੁਤ ਵਧੀਆ ਸਕੋਪ ਹੈਗਾ, ਬੜੇ ਅੱਛੇ ਮੁੰਡੇ ਖੇਡਦੇ ਆ ਵਾਲੀਬਾਲ। ਔਰ ਮੈਂ ਵਾਲੀਬਾਲ ਵਾਸਤੇ ਜਾਂ ਬਾਸਕਟਬਾਲ ਵਾਸਤੇ ਗਿਆ ਸੀਗਾ ਕਿ ਕੋਈ ਨਾ ਕੋਈ ਅਸੀਂ ਗਰਾਊਂਡ ਉੱਥੇ ਬਣਾਉਣੀ ਆ ਤੇ ਉਹਦੇ ਲਈ ਕੁਝ ਕਰੀਏ। ਉਹ ਮੈਨੂੰ ਕਹਿੰਦੇ ਯਾਰ ਮੈਂ ਗੱਦੇ ਦੇ ਦੇਣਾ ਤੁਹਾਨੂੰ, ਕਿਉਂਕਿ ਖੁਦ ਭਲਵਾਨ ਸੀਗੇ, ਦੁੱਧ ਤੁਸੀਂ ਪਿਆ ਦਿਆ ਕਰਿਓ, ਗੱਦੇ ਤੁਹਾਨੂੰ ਮੈਂ ਦੇ ਦੇਣਾ, ਤੇ ਬੱਚਿਆਂ ਨੂੰ ਕੁਸ਼ਤੀ ਦਿਲਾਓ। ਤੇ ਇਹ ਕੁਸ਼ਤੀ ਬੱਚਾ ਕਰਦਾ ਹੀ ਕੋਈ ਨਹੀਂ ਸਾਡੇ ਪਿੰਡ, ਜੇ ਉਹਨਾਂ ਕੋਲ ਟੈਲੈਂਟ ਕੋਈ ਵਾਲੀਬਾਲ ਦਾ ਆ। ਯਾਨੀ ਕਿ ਸਭ ਜਗ੍ਹਾ ਇਦਾਂ ਹੀ ਆ ਅਦਾਰੇ, ਜਿੱਥੇ ਜਿੱਥੇ ਕਿਸੇ ਦਾ ਇੰਟਰਸਟ ਆ ਉਹਨਾਂ ਕੰਮ ਹੋ ਜਾਂਦਾ, ਉਹਨਾਂ ਹੀ ਉਹ ਫੰਡਿੰਗ ਦੀ ਵੀ ਘਾਟ ਹੁੰਦੀ ਆ, ਜਿਹੜੀ ਹੁੰਦੀ ਆ ਫਿਰ ਉਹ ਬੰਦੇ ਦਾ ਇੰਟਰਸਟ ਇਹ ਹੁੰਦਾ, ਜੇ ਭਲਵਾਨ ਬੈਠਾ ਤੇ ਉਹਦਾ ਜੀ ਕਰਦਾ ਕਿ ਮੈਂ ਸਿਰਫ ਭਲਵਾਨ ਹੀ ਬਣਾ ਲਾਂ, ਜੇ ਕੋਈ ਹਾਕੀ ਇਹ ਵੀ ਕੋਈ ਥੋੜੀ ਜਿਹੀ ਗੱਲ ਹੁੰਦੀ ਹੈ ਡਾਕਟਰ ਸਾਹਿਬ। ਮਤਲਬ ਜਿਹੜਾ ਸਪੋਰਟਸਮੈਨ ਹੈ ਨਾ, ਅਗਰ ਉਹ ਕਿਸੇ ਪੋਸਟ ਵਿੱਚ ਆ ਗਿਆ, then that sportsman should be looking after everyone. ਮਿਲਖਾ ਸਿੰਘ ਵੀ ਡਾਇਰੈਕਟਰ ਰਿਹਾ ਸਪੋਰਟਸ ਦਾ ਆਪਣੇ ਪੰਜਾਬ ਦੇ ਵਿੱਚ। ਇਸ ਤਰ੍ਹਾਂ ਹੋਰ ਇੱਕ ਦੋ ਪਲੇਅਰ ਜਿਹੜੇ ਨੇ ਉਹ ਉੱਥੇ ਰਹੇ ਨੇ। ਪ੍ਰਗਟ ਸਿੰਘ ਵੀ ਰਹੇ ਨੇ ਜੀ, ਪ੍ਰਗਟ ਵੀ ਰਹਿ ਚੁੱਕੇ ਨੇ। ਹਾਂ, ਸੋ ਇਸ ਤਰ੍ਹਾਂ ਮੇਰਾ ਇੱਕ ਹੋਰ ਦੋਸਤ ਹੁੰਦਾ ਸੀ, ਉਹ ਆਪਣੇ ਚੀਫ ਮਿਨਿਸਟਰ ਜਿਹਨੂੰ ਗੋਲੀ ਮਾਰ ਦਿੱਤੀ ਸੀ, ਉਹਦਾ ਉਹ ਸਾਨੇ-ਲਾ ਸੀ। ਕੈਰੋਂ ਸਾਹਿਬ ਦੀ ਗੱਲ ਕਰ ਰਹੇ? ਨਹੀਂ, ਆਪਣੇ ਜਿਹੜੇ ਬੇਅੰਤ ਸਿੰਘ ਦਾ ਉਹ ਬੇਅੰਤ ਸਿੰਘ ਬੰਬ ਬਲਾਸਟ ਮਾਰਿਆ ਗਿਆ ਨਾ। ਬੇਅੰਤ ਸਿੰਘ ਦਾ ਜਵਾਈ ਸੀਗਾ, ਔਰ ਬੇਅੰਤ ਸਿੰਘ ਦਾ ਜਵਾਈ ਜਿਹੜਾ ਸੀ ਉਹਨੂੰ ਫਿਰ ਬੇਅੰਤ ਸਿੰਘ ਨੇ ਸਪੋਰਟਸ ਡਾਇਰੈਕਟਰ ਲਗਾ ਦਿੱਤਾ ਸੀ। ਉਹ ਇੰਡੀਆ ਦੇ ਵਿੱਚ ਹਾਕੀ ਵੀ ਖੇਲਿਆ ਹੋਇਆ ਜੀ, ਹੀ ਵਾਜ਼ ਅ ਫੁੱਲ ਬੈਕ, ਰਾਈਟ ਫੁੱਲ ਬੈਕ ਖੇਲਦਾ ਹੁੰਦਾ ਸੀਗਾ, ਔਰ ਸਾਡੇ ਲੁਧਿਆਣੇ ਦਾ ਹੀ ਮਾਲਟਾਊਨ ਦਾ ਬਚਪਨ ਦਾ ਸਾਡਾ ਦੋਸਤ ਸੀਗਾ। ਸੋ ਮੇਰਾ ਮਤਲਬ ਵੀ ਉਹ ਜਦੋਂ ਪਹੁੰਚਿਆ ਤੇ ਉਹ ਹਾਕੀ ਦੀ ਗੱਲ, ਮੈਂ ਉਹਨੂੰ ਮਿਲਣ ਗਿਆ ਚੰਡੀਗੜ੍ਹ ਦੇ, ਜੋ ਕਿੰਨੀਆਂ ਜਗ੍ਹਾ ਤੋਂ ਲੰਘ ਕੇ, ਪੁਲਿਸ ਦੀਆਂ ਸਿਕਿਉਰਟੀਆਂ ਤੋਂ ਲੰਘ ਕੇ ਫਿਰ ਉੱਥੇ ਉਹ ਸਪੋਰਟਸ ਡਾਇਰੈਕਟਰ ਨੇ ਕੀ ਕਰਨਾ ਜਿਹਨੂੰ ਬੰਦੇ ਵੀ ਨਹੀਂ ਮਿਲ ਸਕਦੇ। ਉਦੋਂ ਹਾਲਾਤ ਹੀ ਸ਼ਾਇਦ ਇਹੋ ਜਿਹੇ ਸੀਗੇ, ਹੋ ਸਕਦਾ। ਡਾਕਟਰ ਸਾਹਿਬ, ਇਹ ਦੁਨੀਆ 'ਚ ਨਜ਼ਾਰੇ ਤੇ ਵੱਖਰੇ ਵੱਖਰੇ ਹੁੰਦੇ ਆ। ਇੱਕ ਨਜ਼ਾਰਾ ਪਿਛਲੇ 2 ਦਿਨਾਂ ਤੋਂ ਕਾਫੀ ਜਿਹੜਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਕੱਲ ਤੋਂ, ਕਿ ਕਤਰ ਦਾ ਇੱਕ ਹਾਈ ਜੰਪ ਦਾ ਪਲੇਅਰ ਤੇ ਇਟਲੀ ਦੇ ਪਲੇਅਰ ਦਾ ਮੁਕਾਬਲਾ ਸੀਗਾ। ਦੋਨੇ ਬਰਾਬਰ ਚੱਲ ਰਹੇ ਸੀਗੇ ਤੇ ਆਖਰੀ ਫੈਸਲਾ ਜਿਹੜੀ ਜੰਪ ਤੇ ਹੋਣਾ ਸੀਗਾ, ਇੱਕ ਪਲੇਅਰ ਨੂੰ ਸੱਟ ਲੱਗ ਗਈ ਇਟਲੀ ਵਾਲੇ ਨੂੰ, ਤੇ ਕਤਰ ਵਾਲੇ ਨੂੰ ਪਤਾ ਲੱਗ ਗਿਆ ਕਿ ਹੁਣ 골ਡ ਮੈਡਲ ਮੇਰਾ ਹੀ ਆ। ਪਰ ਜਿਹੜੀ ਸਪੋਰਟਸਮੈਨ ਸਪਿਰਿਟ ਹੁੰਦੀ ਆ ਉਹ ਦਿਖਾਉਂਦੇ ਹੋਏ ਉਹਨੇ ਰੈਫਰੀ ਨੂੰ ਪੁੱਛਿਆ ਕਿ ਸਾਨੂੰ ਜੁਆਇੰਟ ਤੌਰ ਤੇ 골ਡ ਮੈਡਲ ਮਿਲ ਸਕਦਾ। ਉਹ ਜਿਹੜਾ ਰੈਫਰੀ ਆ ਉਹਨੇ ਉਹ ਰੂਲ ਵਗੈਰਾ ਦੇਖ ਕੇ ਕਿਹਾ ਕਿ ਮਿਲ ਸਕਦਾ, ਤੇ ਉਹਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਜਿਹੜਾ ਕੰਪੀਟੀਟਰ ਹੈ ਸਾਹਮਣੇ ਉਹਨੂੰ ਸੱਟ ਲੱਗ ਗਈ ਆ, ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਹਦੇ ਇੰਨੇ ਸਾਲ ਕੀਤੀ ਮਿਹਨਤ ਐਵੇਂ ਜਾਵੇ। ਸੋ ਇਹ ਜਿਹੜੀ ਸਪਿਰਿਟ ਹੈ, ਇਹ ਮਤਲਬ ਵਾਕਿਆ ਹੀ ਜਿਹੜੀ ਕਰਕੇ ਸਪੋਰਟਸ ਕੀਤੀਆਂ ਜਾਂਦੀਆਂ ਨੇ ਕਿ ਸਪੋਰਟਸਮੈਨ 'ਚ ਇੱਕ ਸਪੋਰਟਸ ਸਪਿਰਿਟਸ ਹੁੰਦੀ ਆ, ਤੇ ਉਹਦਾ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ। ਸ਼ਾਇਦ ਇਹ ਓਲੰਪਿਕ ਇਸ ਗੱਲ ਕਰਕੇ ਲੰਬਾ ਸਮਾਂ ਯਾਦ ਰੱਖੀਆਂ ਜਾਣਗੀਆਂ ਕਿ ਇੱਕ ਵਿਅਕਤੀ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਸਪਿਰਿਟ ਦਿਖਾਈ ਸੀਗੀ ਜੀ। 1912 ਦੇ ਵਿੱਚ ਇਹੋ ਜਿਹਾ ਇਸ਼ੂ ਹੋਇਆ ਸੀ ਜਿੱਥੇ ਕਿ ਇੱਕ 골ਡ ਜਿਹੜਾ ਤਗਮਾ ਉਹ 2 ਪਲੇਅਰਸ ਨੇ ਆਪਸ ਵਿੱਚ ਵੰਡ ਲਿਆ ਸੀਗਾ। ਹਾਂਜੀ, ਇਹ 1912 ਦੇ ਬਾਅਦ ਇਹ ਹੁਣ ਹੋਇਆ, ਔਰ ਇਹ ਦੋਨੋਂ ਬੜੇ ਅੱਛੇ ਫਰੈਂਡ ਨੇ, ਕਿਉਂਕਿ ਇਹ ਵਰਲਡ ਕੰਪੀਟੀਸ਼ਨਾਂ ਦੇ ਵਿੱਚ ਦੋਨੋਂ ਹਰ ਜਗ੍ਹਾ ਦੇ ਉੱਪਰ ਜਾਂਦੇ ਨੇ, ਐਂਡ ਦੇ ਆਰ ਵੈਰੀ ਗੁੱਡ ਫਰੈਂਡਸ। ਔਰ ਬਾਅਦ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਆਪਸ 'ਚ ਜੱਫੀਆਂ ਪਾਈਆਂ, ਕਿਸ ਤਰੀਕੇ ਨਾਲ ਇਟਾਲੀਅਨ ਚਿल्लाया,
ਫਿਰ ਕਿਸ ਤਰੀਕੇ ਨਾਲ ਉਹਨੇ ਜੀ ਕਤਾਰ ਦੇ ਬੰਦੇ ਨੂੰ ਚੁੱਕ ਲਿਆ। ਇਹ ਸੀਨ ਦੇਖਣ ਵਾਲੇ ਹੁੰਦੇ ਨੇ ਉਸ ਵਕਤ, ਵਿਚ ਆਈ ਹੈਵ ਸੀਨ ਵਿਦ ਮਾਈ ਓਨ ਆਈਜ਼। ਮੈਂ 6 ਘੰਟੇ ਲਗਾਉਣਾ, ਮੈਂ 6 ਘੰਟੇ ਦੇਖਦਾ ਓਲੰਪਿਕਸ ਐਵਰੀ ਡੇ। ਵੱਡੀ ਗੱਲ ਡਾਕਟਰ ਸਾਹਿਬ, ਬਹੁਤ ਵੱਡੀ ਗੱਲ ਹੈ ਔਰ ਬਹੁਤ ਵਧੀਆ ਇੱਕ ਮਿਸਾਲ ਹੈ ਜਿਹੜੀ ਇਹ ਦੂਜਿਆਂ ਪਲੇਅਰਾਂ ਵਾਸਤੇ ਵੀ ਔਰ ਸਾਡੇ ਵਰਗੇ ਆਮ ਲੋਕਾਂ ਵਾਸਤੇ ਵੀ ਹੈ ਕਿ ਕਦੀ ਨਾ ਕਦੀ ਛੋਟਾ ਮੋਟਾ ਨਿੱਕਾ ਜਿਹਾ ਤਿਆਗ ਜਿਹੜਾ ਆ ਉਹ ਬਹੁਤ ਵੱਡੀ ਗੱਲ ਬਣ ਜਾਂਦਾ। ਪਰ ਇਹ ਖਰ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਓਲੰਪੀਅਨ ਵਾਸਤੇ 골ਡ ਮੈਡਲ ਲੈਣਾ। ਤੇ ਕਈ ਵਾਰ ਨਿੱਕਾ ਜਿਹਾ ਤਿਆਗ ਵੀ ਕਰੀਏ ਨਾ ਜੀ ਜ਼ਿੰਦਗੀ 'ਚ ਕਿਸੇ ਦੂਸਰੇ ਵਾਸਤੇ, ਤੇ ਉਹ ਕਈ ਵਾਰ ਬਹੁਤ ਹੈਲਪਫੁਲ ਹੋ ਜਾਂਦਾ। ਇਹ ਚੀਜ਼ਾਂ ਜ਼ਰੂਰ ਸਬਕ ਸਿਖਾਉਂਦੀਆਂ। ਡਾਕਟਰ ਸਾਹਿਬ ਥੋੜੀ ਜਿਹੀ ਟੈਲੀ ਦੀ ਗੱਲ ਕਰੀਏ। ਉਮੀਦ ਜਿੱਦਾਂ ਮੈਂ ਤੁਹਾਡੇ ਨਾਲ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਲੋਕਾਂ ਦਾ ਧਿਆਨ ਸੀ ਕਿ ਅਮਰੀਕਾ ਜਿਹੜਾ ਆ ਉਹ ਟੌਪ ਤੇ ਰਹੇਗਾ, ਪਰ ਚਾਈਨਾ ਟੌਪ ਤੇ ਜਾ ਰਿਹਾ। ਨਹੀਂ, 골ਡ ਮੈਡਲ ਦੇ ਵਿੱਚ ਚਾਈਨਾ ਦੇ 8 ਮੈਡਲ ਜ਼ਿਆਦਾ ਨੇ ਅਮਰੀਕਾ ਦੇ ਨਾਲ। 32 ਨੇ ਜੀ ਉਹਨਾਂ ਦੇ। ਹਾਂਜੀ 24 골ਡ ਮੈਡਲ। ਹਾਂ। ਲੇਕਿਨ ਟੋਟਲ ਮੈਡਲ ਦੇ ਵਿੱਚ ਅਮਰੀਕਾ ਜਿਹੜਾ ਉਹ 2 ਤੋਂ 4 ਜ਼ਿਆਦਾ। ਦੈਟਸ ਨੰਬਰ 1। ਔਰ ਐਂਡ ਦੇ ਵਿੱਚ ਹੁਣ ਜਿੰਨੀਆਂ ਵੀ ਗੇਮਾਂ ਨੇ ਉਹਦੇ 'ਚ ਅਮਰੀਕਾ ਨੇ ਅੱਗੇ ਆਉਣਾ। ਚਾਈਨਾ ਦੀਆਂ ਹੁਣ ਜਿੰਨੀਆਂ ਗੇਮਾਂ ਸੀਗੀਆਂ ਜਿਮਨੇਜ਼ੀਅਮ ਦੀਆਂ। ਡਾਕਟਰ ਸਾਹਿਬ ਮੇਰੇ ਕੋਲ ਮੈਂ ਟੈਲੀ ਵੇਖ ਰਿਹਾ ਸੀਗਾ, ਮੇਰੇ ਕੋਲ ਸਿਰਫ 4 ਮੈਡਲ ਟੋਟਲਾਂ ਦਾ ਫਰਕ ਹੈ। 69 ਟੋਟਲ ਜਿਹੜੇ ਆ ਚਾਈਨਾ ਕੋਲ ਹੈ, 73 ਯੂਨਾਈਟਿਡ ਸਟੇਟ ਕੋਲ ਆ, ਔਰ 골ਡ ਮੈਡਲ ਦੇ ਵਿੱਚ ਕਾਫੀ ਫਰਕ ਹੈ। ਨਹੀਂ, 8 ਮੈਡਲ ਦਾ ਫਰਕ। ਹਾਂਜੀ ਹਾਂਜੀ। ਹੁਣ ਜਿਹੜੀਆਂ ਗੇਮਾਂ ਰਹਿ ਗਈਆਂ ਨੇ ਨਾ ਜੀ, ਹੁਣ ਜਿਹੜੀਆਂ ਗੇਮ ਹੁਣ ਰਹਿ ਗਈਆਂ ਨੇ ਐਥਲੈਟਿਕਸ ਦੀਆਂ, ਉਹਦੇ ਵਿੱਚ ਚਾਈਨਾ ਦਾ ਕੋਈ ਪਲੇਅਰ ਨਹੀਂ ਆਉਣਾ। ਉਹਦੇ ਵਿੱਚ ਅਮਰੀਕਨ ਜਾਂ ਆਪਣੇ ਬਹਾਮਾਸ ਜਾਂ ਹੋਰ ਅਫਰੀਕਨ ਜਿਹੜੇ ਨੇ ਇਹਨਾਂ ਨੇ ਅੱਗੇ ਆ ਰਿਹਾ। ਸੋ ਚਾਈਨਾ ਦਾ 골ਡ ਦਾ ਜਿਹੜਾ ਕੋਟਾ ਸੀਗਾ ਉਹ ਇੱਕ ਅੱਧਾ ਹੋਰ ਲੈ ਜਾਣ ਉਹਨਾਂ ਦਾ ਕੋਟਾ ਹੋ ਗਿਆ ਪੂਰਾ। ਯਾਨੀ ਕਿ ਉਸ ਇਵੈਂਟ ਤੋਂ ਖੇਡਦੇ, ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਇਵੈਂਟ ਅੱਗੇ ਜਾ ਕੇ ਹੋਣੇ ਆ ਉਹਨਾਂ ਦੇ ਵਿੱਚ ਚਾਈਨੀ ਪਲੇਅਰ ਹੈਗੇ ਹੀ ਨਹੀਂਗੇ ਜਾਂ ਉਹ ਉਸ ਲੈਵਲ ਦੇ ਨਹੀਂਗੇ? ਨਹੀਂ। ਮੈਂ ਹੁਣ ਜਿਸ ਤਰ੍ਹਾਂ ਕੱਲ 200 ਮੀਟਰ ਦੀ ਜਿਹਦੇ ਵਿੱਚ ਸਾਡੇ 2 ਕੈਨੇਡੀਅਨਸ ਨੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ 골ਡ ਜਿੱਤੇਗਾ। ਹਾਂਜੀ, 2 ਨੇ ਫਾਈਨਲ ਦੇ ਵਿੱਚ। ਕੱਲ 8:55 ਤੇ ਸਵੇਰੇ ਇਹ ਮੈਚ ਹੋਣਾ। ਹਾਂਜੀ, 8:55 ਤੇ ਦੌੜ ਹੋਣੀ ਹੈ 200 ਮੀਟਰ ਦੀ। ਉਹਦੇ ਵਿੱਚ 2 ਕੈਨੇਡੀਅਨ ਨੇ ਫਾਈਨਲ ਦੇ ਵਿੱਚ। ਹਾਂਜੀ। ਸੋ ਦੋਨੋਂ ਜਿਹੜੇ ਦੋਨੋਂ ਕੈਨੇਡੀਅਨਸ ਨੇ ਉਹਨਾਂ 'ਚ ਇੱਕ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਉਹਨੇ ਬ੍ਰੌਂਜ਼ ਜਿੱਤਿਆ ਸੀਗਾ 100 ਮੀਟਰ ਦੇ ਵਿੱਚ। ਐਕਸਪੈਕਟ ਕੀਤਾ ਜਾ ਰਿਹਾ ਕੱਲ ਨੂੰ ਉਹ 골ਡ ਜਿੱਤੇਗਾ ਕਿਉਂਕਿ ਅਜੇ ਤੱਕ ਜਿੰਨੀਆਂ ਵੀ ਰੇਸਿਸ ਹੋਈਆਂ ਨੇ 200 ਮੀਟਰ ਦੀਆਂ ਉਹਨੇ ਰਿਕਾਰਡ ਕਾਇਮ ਕੀਤਾ, ਸਭ ਤੋਂ ਘੱਟ ਉਹਦਾ ਟਾਈਮ ਹੈਗਾ। ਹਾਂਜੀ, ਦੈਟਸ ਨੰਬਰ 1। ਨੰਬਰ 2, ਜਿੰਨੀਆਂ ਵੀ ਦੌੜਾਂ ਨੇ ਉਹ 'ਚ ਸਭ ਨੇ ਚਾਈਨਾ ਦੇ ਪਾਰਟੀਸਪੇਟ ਕੀਤਾ। 1500 ਮੀਟਰ ਦੀਆਂ, 5000 ਮੀਟਰ ਦੀਆਂ, 10000 ਮੀਟਰ ਦੀਆਂ, ਹਾਂਜੀ 800 ਮੀਟਰ ਦੀਆਂ। ਲੇਕਿਨ ਉਹ ਬਹੁਤ ਪਿੱਛੇ ਰਹੇ ਨੇ, ਅਜੇ ਉਹਨਾਂ ਨੇ ਇਹਨੂੰ ਡਿਵੈਲਪ ਨਹੀਂ ਕੀਤਾ। ਆਉਣ ਵਾਲੇ ਕਿਉਂਕਿ ਉਹਨਾਂ ਨੇ ਜ਼ਿਆਦਾ ਧਿਆਨ ਸਵਿਮਿੰਗ 'ਤੇ, ਹਾਂਜੀ ਉਹਨਾਂ ਦਾ ਜ਼ਿਆਦਾ ਧਿਆਨ ਜਿਹੜਾ ਉਹ ਰਿਹਾ ਜਿਮਨੇਜ਼ੀਅਮ ਦੇ ਉੱਪਰ। ਹੁਣ ਮੈਨੂੰ ਲੱਗਦਾ ਕਿ ਉਹ ਇਹਦੇ ਬਾਅਦ ਹੁਣ ਧਿਆਨ ਉਹ ਇੱਧਰ ਵੀ ਦੇਣਗੇ ਆਪਣਾ ਐਥਲੈਟਿਕਸ ਵੱਲ ਵੀ। ਸੋ ਇਸ ਕਰਕੇ ਅਗਲੇ ਜਾਂ ਉਸ ਤੋਂ ਅਗਲੇ ਤੱਕ ਤੁਸੀਂ ਕਹਿ ਸਕਦੇ ਹੋ ਕਿ ਦੇ ਮੇ ਬਿਕਮ ਨੰਬਰ 1। ਲੇਕਿਨ ਐਤਕੀ ਅਮਰੀਕਾ ਜਿਹੜਾ ਉਹ 100 ਦੇ ਕਰੀਬ ਟੋਟਲ ਮੈਡਲ ਲੈ ਜਾਏਗਾ। ਕੈਨੇਡਾ ਹੁਣ ਤੱਕ 14 ਜਿੱਤ ਚੁੱਕਿਆ ਹੈ ਜੀ, 14। ਬਿਲਕੁਲ ਡਾਕਟਰ ਸਾਹਿਬ, ਇੱਕ ਕੁਐਸਚਨ ਲਾਸਟ ਸਮਾਂ ਤੇ ਆਪਣਾ ਹੋ ਗਿਆ। ਕਿਹਾ ਜਾਂਦਾ ਹੈ ਕਿ ਗੇਮ ਦੇ ਵਿੱਚ ਹੁਣ ਤੇ ਖੈਰ ਚੇਂਜ ਹੋ ਗਿਆ, ਪ੍ਰੋਟੀਨ ਵਗੈਰਾ ਇਹ ਬੈਲੈਂਸ ਫੂਡ ਇਸ ਤਰ੍ਹਾਂ ਦਾ ਕਈ ਕੁਝ ਆ ਗਿਆ। ਪਹਿਲਾਂ ਹੁੰਦਾ ਸੀਗਾ ਕਿ ਉਹ ਮੀਟ ਹੀ ਖਾਈ ਜਾਂਦੇ ਸੀ, ਆਂਡੇ ਖਾਂਦੇ ਸੀ। ਜਿੱਦਾਂ ਦਾਰਾ ਸਿੰਘ ਦੀ ਹੀ ਵੇਖਦੇ ਦੇ 5 ਕਿਲੋ ਮੀਟ ਖਾ ਜਾਂਦਾ ਜੀ, 2 ਕਿਲੋ ਘਿਓ ਪੀ ਜਾਂਦਾ, ਇੱਦਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਜਿਹੜੀਆਂ ਉਹਨਾਂ ਬਾਰੇ। ਤੇ ਕਿਹਾ ਜਾਂਦਾ ਹੈ ਕਿ ਜਿਹੜੇ ਮੁਸਲਿਮ ਵਰਲਡ ਹੈ ਉਹ ਲੋਕ ਖੁਰਾਕ 'ਚ ਸਾਡੇ ਨਾਲੋਂ ਕਾਫੀ ਅੱਗੇ। ਮੇਰੇ ਕਈ ਦੋਸਤ ਕਹਿੰਦੇ ਹੁੰਦੇ ਆ ਕਿ ਈਵਨ ਪਾਕਿਸਤਾਨ ਵਾਲੇ ਹੀ ਆ, ਉਹ ਅਜੇ ਤੱਕ ਲੱਸੀ ਪੀਂਦੇ ਆ ਭਰ ਕੇ ਡੋਂਗੇ, ਤੇ ਮੀਟ ਖਾਂਦੇ ਆ, ਬੀਫ ਖਾ ਲੈਂਦੇ ਆ, ਤੇ ਉਹ ਸਾਡੇ ਨਾਲੋਂ ਜੁੱਸੇ 'ਚ ਤਕੜੇ ਆ। ਤੇ ਇਸੇ ਤਰ੍ਹਾਂ ਹੀ ਬਾਕੀ ਮੁਸਲਿਮ ਵਰਲਡ ਵਿੱਚ ਵੀ ਖੁਰਾਕਾਂ ਸ਼ਾਇਦ ਚੰਗੀਆਂ ਹੋਣਗੀਆਂ, ਪਰ ਉਹਨਾਂ ਦੇ ਮਾਰਕੇ ਕਿਤੇ ਨਹੀਂ ਬਹੁਤੇ ਦਿਸਦੇ ਬਾਕੀ ਵਰਲਡ ਦੇ ਮੁਕਾਬਲੇ। ਕੀ ਕਾਰਨ ਹੈ? ਕਾਰਨ ਸਿੰਪਲ ਹੀ ਹੈ ਕਿ ਉੱਥੇ ਅਜੇ ਇਹਨਾਂ ਚੀਜ਼ਾਂ ਦਾ ਸ਼ੌਕ ਪੈਦਾ ਨਹੀਂ ਹੋਇਆ। ਪਹਿਲੀ ਗੱਲ ਤਾਂ ਹੈ ਕਿ ਲੜਕੀਆਂ ਦੇ ਉੱਪਰ ਉਹਨਾਂ ਨੇ ਤਕਰੀਬਨ ਪਾਬੰਦੀ ਲਗਾਈ ਹੋਈ ਹੈ। ਹਾਂਜੀ, ਬਹੁਤ ਮੇਬੀ ਮੈਂ ਦੇਖਿਆ ਕਿ 3 ਜਾਂ 5% ਹੀ ਮੁਸਲਿਮ ਲੜਕੀਆਂ ਨੇ ਪਾਰਟੀਸਪੇਟ ਕੀਤਾ। ਉਹਦੇ ਵਿੱਚੋਂ ਵੀ ਮੋਰੱਕੋ ਦੀ ਲੜਕੀਆਂ ਨੇ, ਟਰਕੀ ਦੀ ਲੜਕੀਆਂ ਨੇ। ਹਾਂਜੀ, ਉਹਨਾਂ ਨੇ ਉਹੀ ਡਰੈਸਿਸ ਪਾਈਆਂ ਹੋਈਆਂ ਨੇ ਜਿਹੜੀਆਂ ਬਾਕੀਆਂ ਨੇ ਪਾਈਆਂ ਹੋਈਆਂ ਨੇ। ਐਟ ਦੀ ਸੇਮ ਟਾਈਮ ਅਗਰ ਤੁਸੀਂ ਦੇਖੋ ਕਿ ਜਿਹੜੀ ਟਰਕੀ ਦੀ ਟੀਮ ਸੀਗੀ ਲੜਕੀਆਂ ਦੀ, ਇੱਕ ਹੁੰਦਾ ਬੀਚ ਬੇਸਬਾਲ, ਬੀਚ ਵਾਲੀਬਾਲ,
ਉਹ ਜਿਹੜਾ ਬੀਚ ਵਾਲੀਬਾਲ ਹੁੰਦਾ ਉਹਦੇ 'ਚ ਲੜਕੀਆਂ ਦੇ ਨਾਂ ਦੇ ਬਰਾਬਰ ਡਰੈਸਿਸ ਹੁੰਦੀਆਂ ਨੇ। ਹਾਂਜੀ, ਬਿਲਕੁਲ ਟਰਕੀ ਵਾਲਿਆਂ ਨੇ ਉਹੀ ਪਾਈ ਹੋਈ ਸੀ, ਬੜਾ ਵਧੀਆ ਖੇਲੀਆਂ ਦੋਨੋਂ ਲੜਕੀਆਂ ਹੈ। ਸੋ ਇਹ ਬੇਸਿਕਲੀ ਸੋਸ਼ਲ ਜਿਹੜਾ ਉੱਥੇ ਇੱਕ ਕਹਿ ਸਕਦੇ ਹੋ ਤੁਸੀਂ ਮਨਾਈ ਆ ਇੱਕ ਸੈਕਸ਼ਨ ਦੇ ਵਿੱਚ। ਔਰ ਦੂਸਰੇ ਪਾਸੇ ਲੜਕੇ ਜਿਹੜੇ ਨੇ ਉਹ ਵੀ ਅਜੇ ਇੰਨੇ ਅੱਗੇ ਨਹੀਂ ਵਧੇ, ਕਿਉਂਕਿ ਉੱਥੋਂ ਦੀਆਂ ਗੌਰਮੈਂਟਾਂ ਜਿਹੜੀਆਂ ਨੇ ਉਹਨਾਂ ਨੂੰ ਇੰਨਾ ਹੌਸਲਾ ਨਹੀਂ ਦਿੱਤਾ। ਆਉਣ ਵਾਲੇ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਕਿ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਜੀ, ਫਿਰ ਆਹਿਸਤਾ ਆਹਿਸਤਾ ਉਹ ਅੱਗੇ ਵਧਣਗੇ। ਕੁਝ ਕੰਟਰੀਆਂ ਐਸੀਆਂ ਹੈਗੀਆਂ ਨੇ, ਮੋਰੋਕੋ ਹੋਈ, ਟਰਕੀ ਹੋਈ, ਮੈਂ ਦੇਖਿਆ ਕਤਾਰ ਹੋਏ, ਜਾਂ UAE ਦੇ ਜਿਹੜੇ ਹੈਗੇ ਨੇ, ਇਹ ਬੰਦੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਵਧਣਗੇ। ਯੂ ਨੀਡ ਏ ਟਾਈਮ। ਉਹ ਹਿੰਦੁਸਤਾਨ ਦੇਖੋ ਤੁਸੀਂ ਕਿ ਅਸੀਂ ਕਿੰਨਾ ਸ਼ੋਰ ਪਾ ਰਹੇ ਹਾਂ ਪਿਛਲੇ ਇੰਨੇ ਸਾਲਾਂ ਤੋਂ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਤੇ ਅਜੇ ਤੱਕ 2 ਮੈਡਲ ਮਿਲੇ ਨੇ, ਸਿਰਫ 2, ਉਹ ਵੀ ਦੋਨੋਂ ਸਿਲਵਰ। ਡਾਕਟਰ ਸਾਹਿਬ ਮੈਡਲ ਮੈਂ ਖੁਰਾਕ ਦੀ ਗੱਲ ਤਾਂ ਕੀਤੀ ਆ, ਕੱਲ ਮੈਂ ਟੀਵੀ ਦੇਖ ਰਿਹਾ ਸੀਗਾ ਤੇ ਸਾਡਾ ਮਾਈਂਡ ਸੈਟ ਹੀ ਇਦਾਂ ਦਾ ਹੈ, ਸਾਡੇ ਪੱਤਰਕਾਰਾਂ ਦਾ ਵੀ ਮਾਈਂਡ ਸੈਟ ਇਦਾਂ ਦਾ। ਉਹ ਕੱਲ ਉਹ ਕ੍ਰਿਕਟ ਦੇ ਇੱਕ ਪਲੇਅਰ ਦਾ ਉਹਦੇ ਘਰਦਿਆਂ ਦਾ ਇੰਟਰਵਿਊ ਲੈ ਰਹੇ ਸੀ। ਉਹ ਨਵਾਂ ਮੁੰਡਾ ਪਹਿਲੀ ਵਾਰ ਆਇਆ, ਸ਼ਾਇਦ ਉਹਦਾ ਨਾਂ ਹਿੰਦੂ ਜੈਂਟਲਮੈਨ ਹੈ, ਜਲੰਧਰ ਤੋਂ ਕੋਈ ਮੁੰਡਾ ਆਇਆ ਕ੍ਰਿਕਟ ਦਾ, ਉਹਨੇ ਕੋਈ ਚੰਗੀ ਖੇਡ ਖੇਡੀ ਹੋਣੀ ਆ, ਤੇ ਉਹਦੇ ਮਦਰ ਫਾਦਰ ਨੂੰ ਬਿਠਾ ਕੇ, ਤੇ ਨਹੀਂ ਜੀ ਹਾਕੀ ਦਾ ਹੀ ਆ ਮੁੰਡਾ, ਉਹ ਸੌਰੀ ਮੈਂ ਕ੍ਰਿਕਟ ਦੀ ਕਹਿ ਰਿਹਾ, ਹਾਕੀ ਦਾ ਮੈਚ ਹੋਣਾ ਸੀ, ਮੈਚ ਹੋ ਰਿਹਾ ਸੀ ਤੇ ਨਾਲ ਦੀ ਨਾਲ ਟੀਵੀ ਦਿਖਾ ਰਿਹਾ ਸੀਗਾ ਕਿ ਅਸੀਂ ਉਸ ਪਲੇਅਰ ਦੇ ਘਰ ਬੈਠੇ ਹੋਏ ਆ, ਉਹਦੇ ਫਾਦਰ ਬੈਠੇ ਹੋਏ ਨੇ, ਸਵੇਰ ਤੋਂ ਹਵਨ ਹੋ ਰਿਹਾ, ਅਰਦਾਸ ਕਰ ਰਹੇ ਆ ਕਿ ਸਾਡੇ ਬੱਚੇ ਜਿੱਤ ਕੇ ਆਉਣਗੇ। ਤੇ ਉਹਦੀ ਮਦਰ ਨੂੰ ਸਪੈਸ਼ਲੀ ਕੁਐਸਚਨ ਪਤਾ ਕੀ ਪੱਤਰਕਾਰ ਪੁੱਛ ਰਿਹਾ ਕਿ ਉਹ ਵਨੀਤ ਹੈ ਸ਼ਾਇਦ ਮੁੰਡੇ ਦਾ, ਵਨੀਤ ਦੀ ਖੁਰਾਕ ਕੀ ਆ, ਉਹ ਕਿਹੜੀ ਚੀਜ਼ ਪਸੰਦ ਕਰਦਾ। ਉਹਦੀ ਮਦਰ ਕਹਿੰਦੀ ਜੀ ਉਹ ਦਾਲ ਪਸੰਦ ਕਰਦਾ, ਤੇ ਹੁਣ ਥੋੜੀ ਦੇਰ ਹੋਈ ਕੜੀ ਵੀ ਖਾਣ ਲੱਗ ਗਿਆ। ਤੇ ਪਲੇਅਰ ਕੋਲ ਤੁਸੀਂ ਹੁਣ ਕੜੀ ਖਵਾ ਕੇ ਤੇ ਮੈਡਲ ਨਹੀਂ ਨਾ ਲੈ ਸਕਦੇ। ਨਹੀਂ, ਉਹ ਤਾਂ ਚਲੋ ਘਰ ਦੇ ਵਿੱਚ ਖਾਂਦਾ ਹੋਏਗਾ ਨਾ, ਜਦੋਂ ਬਾਹਰ ਜਿਹੜੀ ਖੁਰਾਕ ਹੁੰਦੀ ਹੈ ਨਾ ਉਹ ਤਾਂ ਬਕਾਇਦਾ। ਨਹੀਂ ਮੈਂ ਜਿਹੜਾ ਪੱਤਰਕਾਰ ਉਹਦੇ ਮਾਈਂਡ ਸੈਟ ਦੀ ਗੱਲ ਕਰ ਰਿਹਾ, ਉਹ ਖੁਰਾਕ ਬਾਰੇ ਕੁਐਸਚਨ ਕਿਹੋ ਜਿਹੇ ਪੁੱਛ ਰਿਹਾ ਜੀ। ਪੱਤਰਕਾਰਾਂ ਨੇ ਨਵੀਂ ਕੋਈ ਚੀਜ਼ ਕਰਨੀ ਹੁੰਦੀ ਹੈ। ਮੈਨੂੰ ਯਾਦ ਹੈ ਤੁਸੀਂ ਪਲੇਅਰ ਦੀ ਗੱਲ ਕੀਤੀ ਨਾ, ਕਿੰਗ ਕੌਂਗ ਇੱਕ ਪਹਿਲਵਾਨ ਹੁੰਦਾ ਸੀਗਾ, 1953 ਚ ਦਿੱਲੀ ਆਇਆ। ਹਾਂਜੀ, ਕਿੰਗ ਕੌਂਗ। ਹਾਂਜੀ, ਅੱਛਾ, ਉਹ ਸਭ ਤੋਂ ਮੋਟਾ ਸੀਗਾ ਤੇ ਉਹਦੀ ਖੁਰਾਕ ਜਿਹੜੀ ਹੈ ਮੈਨੂੰ ਹੁਣ ਤੱਕ ਯਾਦ ਹੈ। ਬਕਾਇਦਾ ਉੱਥੇ ਅਨਾਉਂਸ ਹੁੰਦਾ ਸੀ ਕਿ ਇਹ 12 ਮੁਰਗੇ ਰੋਜ਼ ਖਾਂਦਾ ਹੈ, 24 ਅੰਡਿਆਂ ਦਾ ਆਮਲੇਟ ਖਾਂਦਾ। ਉਹਦੀ ਦਾਰਾ ਸਿੰਘ ਨਾਲ ਕੁਸ਼ਤੀ ਸੀਗੀ। ਅੱਛਾ, ਇਹ ਕੁਸ਼ਤੀਆਂ ਫਿਕਸ ਹੁੰਦੀਆਂ ਨੇ ਹਿੰਦੁਸਤਾਨ 'ਚ, ਦਿੱਲੀ ਦੇ ਵਿੱਚ ਕਿੰਗ ਕੌਂਗ ਦਾ ਪਹਿਲਾਂ ਤੇ ਓਪਨ ਕਾਰ ਦੇ ਵਿੱਚ ਸਾਰਾ ਉਹਨਾਂ ਨੇ ਜਲੂਸ ਕੱਢਿਆ, ਔਰ ਫਿਰ ਉਹਨੂੰ ਦਾਰਾ ਸਿੰਘ ਤੋਂ ਹਰਵਾਇਆ। ਪੈਸੇ ਉਹਨੇ ਭਾਵੇਂ ਦਾਰਾ ਸਿੰਘ ਤੋਂ ਡਬਲ ਲਏ ਹੋਣ ਉੱਥੇ ਆਉਣ ਦੇ, ਕਿਉਂਕਿ ਉਹਨਾਂ ਦੇ ਨਾਲ ਕਿੰਗ ਕੌਂਗ ਜਿਹੜਾ ਸੀਗਾ ਨਾ ਉਹ ਵਰਲਡ ਦੇ ਵਿੱਚ ਉਹਦਾ ਨਾਮ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਹੁਣ ਵੀ ਡਾਕਟਰ ਸਾਹਿਬ ਹੈਗੀਆਂ ਨੇ। ਉਹ WWF ਵਾਲੀਆਂ ਜਿਹੜੀਆਂ ਐਂਟਰਟੇਨਮੈਂਟ ਗੇਮ ਨੇ, ਉਹਦੇ ਵਿੱਚ ਆਪਾਂ ਇਦਾਂ ਦਾ ਹੀ ਵੇਖਦੇ ਆ, ਉਹ ਆਪਣਾ ਛੱਡ ਕੇ ਜਿੱਥੇ ਉਹਨਾਂ ਦਾ ਹੁੰਦਾ ਰਿੰਗ, ਉੱਥੋਂ ਛੱਡ ਕੇ ਕੁਰਸੀਆਂ ਲੈ ਕੇ ਮਗਰ ਭੱਜੇ ਫਿਰਦੇ ਆ, ਇੱਕ ਦੂਜੇ ਸਿਰ ਪਾੜ ਦਿੰਦੇ ਆ। ਉਹ ਕੋਈ ਗੇਮ ਤੇ ਨਹੀਂ ਨਾ ਹੈਗੀ ਡਾਕਟਰ ਸਾਹਿਬ, ਉਹ ਕਿ ਕਈ ਵਾਰ ਬੜਾ ਅਜੀਬ ਲੱਗਦਾ। ਸੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਅੱਜ ਲਈ। ਉਸ ਤੋਂ ਵੀ ਭੈੜੀ ਜਿਹੜੀ ਗੇਮ ਹੈ ਨਾ ਜੀ, ਉਹ ਹੈਗੀ ਆ ਜਿਹੜਾ ਬੰਦਾ ਇੱਕ ਦੂਜੇ ਨੂੰ ਨਾ ਹਰ ਤਰੀਕੇ ਨਾਲ ਮਾਰਦਾ, ਉਹਦਾ WEC ਕੀ ਉਹਦਾ ਨਾਮ ਜੀ, ਉਹ ਇਸ ਤੋਂ ਵੀ ਭੈੜੀ ਗੇਮ। ਪਤਾ ਨਹੀਂ ਲੋਕ ਉਹਨੂੰ ਕਿੰਨਾ ਪੈਸਾ ਦੇ ਕੇ ਦੇਖਦੇ ਨੇ। ਡਾਕਟਰ ਸਾਹਿਬ ਬੜੀ ਅਜੀਬੋ ਗਰੀਬ ਨੇ। ਬੁੱਲ ਫਾਈਟਿੰਗ ਕਿਹੜੀ ਚੱਜ ਦੀ ਗੇਮ ਹੈ? ਬਲਦ ਨਾਲ ਲੜਨਾ, ਸਿੰਘਾਂ ਤੋਂ ਫੜ ਕੇ ਲਾਲ ਕੱਪੜਾ ਦਿਖਾ ਕੇ। ਇੱਕ ਹੋਰ ਹੈਗੀ ਬਲਦ ਦੇ ਉੱਤੇ ਚੜ ਜਾਣਾ, ਉਹ ਫਿਰ ਜੰਪ ਮਾਰਦਾ, ਤੋਂ ਡਿੱਗ ਜਾਂਦੇ ਆ। ਬੜੀ ਅਜੀਬੋ ਗਰੀਬ। ਉਹ ਕੈਲਗਰੀ ਦੇ ਵਿੱਚ ਔਰ ਟੈਕਸਾਸ ਦੇ ਵਿੱਚ ਬਹੁਤ ਪਪੂਲਰ ਹੈ, ਔਰ ਬਹੁਤ ਜ਼ਿਆਦਾ ਢੰਗ ਦੇ ਨਾਲ, ਵਧੀਆ ਢੰਗ ਨਾਲ ਲੋਕ ਪੈਸੇ ਕਮਾਉਂਦੇ ਨੇ। ਜਿਹੜਾ ਉਹਦਾ ਚੈਂਪੀਅਨ ਹੁੰਦਾ ਜੀ, ਅਰਨ ਦਿਨ 100 of $1000। ਡਾਕਟਰ ਸਾਹਿਬ ਅਜੇ ਵੀ ਜਿੱਦਾਂ ਪਖਤੂਨਿਸਤਾਨ ਵਾਲਾ ਏਰੀਆ ਆ ਜਾਂ ਅਫਗਾਨਿਸਤਾਨ ਦੀ ਗੱਲ ਕਰਕੇ ਰਹੇ, ਉੱਥੇ ਮੁਰਗਿਆਂ ਨੂੰ ਲੜਾਈ ਜਾਂਦੇ ਆ, ਭੇਡੂਆਂ ਨੂੰ ਲੜਾਈ ਜਾਂਦੇ ਆ ਜੀ, ਲੋਕੀ ਇੰਜੋਏ ਕਰਦੇ ਆ ਗੇਮਾਂ। ਇੱਥੇ ਵੀ ਲੜਾਈ, ਹਿੰਦੁਸਤਾਨ 'ਚ ਵੀ ਲੜਾਈ। ਹਾਂ, ਉਹ ਪੁਰਾਤਨ ਸਮੇਂ ਬਹੁਤ ਜ਼ਿਆਦਾ ਸੀ। ਹਾਂਜੀ, ਮੁਰਗਿਆਂ ਦੀ ਲੜਾਈ ਤੇ ਹੁਣ ਵੀ ਗਲੀਆਂ ਮਹੱਲਿਆਂ 'ਚ ਹੁੰਦੀ ਹੈ। ਪੈਸੇ ਅਠਿਆਣੀ, ਉਹ ਜ਼ਮਾਨੇ ਚੋਣੀ ਅਠਿਆਣੀ ਦੀਆਂ ਬੈਟ ਲੱਗਦੀਆਂ ਸੀ, ਹੁਣ 100 500 ਰੁਪਏ ਦੀਆਂ ਬੈਟਸ ਲੱਗਦੀਆਂ ਨੇ। ਉਹ ਤੇ ਜਾਨਵਰਾਂ ਦੀ ਜਿਹੜੀ। ਅੱਛਾ, ਫਿਰ ਤੁਸੀਂ ਦੇਖੋ ਬੌਲਦਾਂ ਦੀ ਰੇਸ ਜਿਹੜੀ ਹੁੰਦੀ ਹੈ ਆਪਣੇ ਸਾਊਥ ਵਿੱਚ, ਉਹਨੂੰ ਬੜੀ ਵਾਰੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਹੀਂ ਹੋ ਸਕੀ। ਨਾਰਥ ਵਿੱਚ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਹੁੰਦੀ ਆ ਜੀ, ਉਹ ਬਲਦਾਂ ਦੀਆਂ ਦੌੜਾਂ ਤੇ ਘੋੜਿਆਂ ਦੀਆਂ। ਚਲੋ ਘੋੜਿਆਂ ਦੀ ਤੇ ਵਰਲਡ ਵਾਈਡ ਹੀ ਆ, ਹੋਰ ਕਈ ਕੁਝ ਇਦਾਂ ਦਾ ਹੁੰਦਾ, ਗੱਡਿਆਂ ਦੀਆਂ ਕਈ ਕੁਝ। ਹਾਂਜੀ,
ਆਪੋ ਆਪਣੇ ਏਰੀਆ ਦੇ ਹਿਸਾਬ ਨਾਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ Thank you ਵੈਰੀ very- ਮਚ, ਥੈਂਕ ਯੂ ਜੀ, ਸਾਰੇ ਬਹੁਤ ਸ਼ੁਕਰੀਆ। ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ। ਹਾਂਜੀ।